श्रीनगर वाला कोई पंगा नहीं इधर जवाब नहीं टाइटल किड्डा गलत दिता बंदे ने मैं कुछ भी नहीं बोलिया उदा ना देख लो फिर कहते इंटरव्यू बड़े बंदे थे देव रॉड ने दस्या किहड़े बंदे कनेक्ट Okay, so I guess we are ready. Shall we start? Okay, so first of all, I would like to welcome all of you on the behalf of the filmmaker Shariq 2 media ਦਾ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਆਏ ਸਾਰੇ ਮਹਿਮਾਨਾਂ ਨੂੰ and as we know ਕਿ ਹਾਲ ਫਿਲਹਾਲ ਹੀ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਿਆ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਸਿੰਗਰ ਤੇ ਸੁਪਰਸਟਾਰ ਸਿੱਧੂ ਦੀ ਅਚਾਨਕ ਮੌਤ ਦੇ ਕਰਕੇ ਉਸ ਵੱਡੇ ਹਾਦਸੇ ਦੇ ਕਰਕੇ ਸਭ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਇਸ ਦੇ ਨਾਲ ਹੀ ਅੱਜ ਦੇ ਇਸ ਫੰਕਸ਼ਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਰਿਕੁਐਸਟ ਕਰਨਾ ਚਾਹੂੰਗੀ ਸਾਰੇ ਮੀਡੀਆ ਨੂੰ ਤੇ ਸਟਾਰਕਾਸਟ ਨੂੰ ਕਿ ਅਸੀਂ ਸਾਰੇ ਖੜੇ ਹੋ ਕੇ 2 ਮਿੰਟ ਦਾ ਮੌਨ ਰੱਖ ਕੇ ਇੱਕ ਟ੍ਰਿਬਿਊਟ ਦਈਏ ਪੰਜਾਬੀ ਇੰਡਸਟਰੀ ਦੇ ਉਸ ਲੈਜੈਂਡ ਨੂੰ ਜੋ ਚਾਹੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨੇ ਲੇਕਿਨ ਸਾਡੇ ਸਭ ਦੇ ਦਿਲਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਰਹਿਣਗੇ So minute of silence for the Sidhu Moosewala. क्यों जी Okay, so starting with our actor of the film, Dev Karod. हाले तोड़ी एक film release हुई थी डाकुआ दा मुंडा 2 and it was a hit. So congratulations for that first of all. And again we are moving to the Shariq 2. So ਹਮੇਸ਼ਾ ਅਸੀਂ ਜਦ ਵੀ ਤੁਹਾਨੂੰ ਪਰਦੇ ਤੇ ਵੇਖਦੇ ਆ ਤਾਂ ਇੱਕ ਅਲੱਗ ਤਰੀਕੇ ਦੇ ਜਜ਼ਬਾਤ ਜਿਹੜੇ ਆ ਉਹ ਅੱਖਾਂ 'ਚ ਵੇਖਣ ਬੰਦੇ ਨੇ ਡਾਇਲੌਗ ਦਾ ਇਸ ਫਿਲਮ ਦਾ ਹਰ ਇੱਕ ਡਾਇਲੌਗ ਹੈ ਜੋ ਇੱਕ ਸ਼ਰੀਕੇਬਾਜ਼ੀ ਨੂੰ ਦਿਖਾ ਰਿਹਾ ਹੈ ਕਿ ਰਿਸ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਰੀਕੇਬਾਜ਼ੀ ਹੁੰਦੀ ਹੈ ਤੇ ਜੋ ਤੁਸੀਂ ਸਟੋਰੀ ਪੜ੍ਹੀ ਸੀ ਤੁਹਾਡੇ ਕੋਲ ਇਹ ਕਹਾਣੀ ਆਈ ਸੀ ਤਾਂ ਕੀ ਰੀਜ਼ਨ ਸੀ ਤੁਹਾਡਾ ਇਸ ਫਿਲਮ ਨੂੰ ਸਾਈਨ ਕਰਨ ਦਾ ਤੇ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਸਾਡੀ ਸਾਰੀ ਟੀਮ ਵੱਲੋਂ ਭਾਜੀ ਵੇਟ ਮੈਂ ਥੋੜਾ ਦਾ ਵਾਰਨਿੰਗ ਬੜਵਾ ਮੈਂ ਆਪਣੀ ਵਧਾ ਲਾਂ ਤਾਂ ਮੈਂ ਇਹ ਕਹੂੰਗਾ ਜੀ ਕਿ ਮੇਰੇ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਕਿ ਐਡਾ ਵੱਡੇ ਪ੍ਰੋਡਕਸ਼ਨ ਹਾਊਸਸ 3 ਓਰੀ ਸਾਹਿਬ ਵਾਈਟ ਹਿੱਲ ਤਾਂ ਸਾਡਾ ਤਾਂ ਡ੍ਰੀਮ ਸੀਗਾ ਹਨਾ ਸ਼ੁਰੂ ਤੋਂ ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਜਦੋਂ ਜਿੰਮੀ ਭਾਜੀ ਦੀ ਮੰਨਤ ਸ਼ੂਟ ਹੋ ਰਹੀ ਸੀਗੀ ਮੈਂ ਪੰਜਾਬੀ ਯੂਨੀਵਰਸਿਟੀ ਗਿਆ ਸ਼ੂਟਿੰਗ ਦੇਖਣ ਲਈ ਤੇ ਉੱਥੇ ਰੱਸੀਆਂ ਲਾਈਆਂ ਹੋਈਆਂ ਸੀਗੀਆਂ ਕਿਸੇ ਨੂੰ ਅੰਦਰ ਨਹੀਂ ਸੀ ਜਾਣਦੇ ਮੈਂ ਦੂਰ ਖੜੇ ਹੋ ਕੇ ਜਿੰਮੀ ਭਾਜੀ ਨੂੰ ਦੇਖ ਰਿਹਾ ਸੀਗਾ ਮੇਰੇ ਅੱਜ ਵੀ ਯਾਦ ਆ ਭਾਜੀ ਦੇ ਆਰਮੀ ਕਲਰ ਦਾ ਸਵੈਟਰ ਪਾਇਆ ਹੋਇਆ ਸੀਗਾ ਤੇ ਮੈਨੂੰ ਭਾਜੀ ਕਾਫੀ ਪੀ ਰਹੇ ਸੀ ਤੇ ਮੈਨੂੰ ਸੀਗਾ ਕਿ ਮੈਂ ਜਿੰਮੀ ਭਾਜੀ ਨੂੰ ਮਿਲਣਾ ਇੱਕ ਵਾਰ ਬਟ ਅੱਜ ਮੈਂ ਉਹਨਾਂ ਨਾਲ ਸਕਰੀਨ ਸ਼ੇਅਰ ਕਰ ਰਿਹਾ ਤਾਂ ਮੇਰੇ ਉਹ ਅਲਫਾਜ਼ ਖੁਸ਼ੀ ਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਫਿਰ ਨਵਨੀਤ ਬਾਈ ਜੀ ਇਹਨਾਂ ਦੀਆਂ ਫਿਲਮਾਂ ਅਸੀਂ ਦੇਖੀਆਂ ਚਾਹੇ ਉਹ ਧਰਤੀ ਸੀ ਚਾਹੇ ਮੇਲ ਕਰਾ ਦੇ ਰੱਬਾ ਸੀ ਸੋ ਕਦੇ ਇਹ ਸੋਚਦੇ ਹੁੰਦੇ ਸੀ ਕਿ ਯਾਰ ਅਸੀਂ ਜੇ ਇਸ ਫੀਲਡ 'ਚ ਆ ਗਏ ਇਹਨਾਂ ਡਾਇਰੈਕਟਰਸ ਦੇ ਨਾਲ ਜਾਂ ਐਡੇ ਵੱਡੇ ਪ੍ਰੋਡਕਸ਼ਨ ਹਾਊਸਸ ਦੇ ਨਾਲ ਕਦੇ ਕੰਮ ਕਰਾਂਗੇ ਤਾਂ ਮੈਂ ਬਾਬਾ ਜੀ ਦਾ ਸ਼ੁਕਰੀਆ ਅਦਾ ਕਰਦਾ ਤੇ ਬਾਕੀ ਇਹ ਸਟੋਰੀ ਦੇ ਨਾਲ ਕਿਵੇਂ ਜੁੜਿਆ ਜੀ ਇੰਦਰ ਬਾਈ ਜੀ ਦੀ ਸਟੋਰੀ ਸੀ ਇਹ ਸ਼ੇਅਰ ਕਰਦੇ ਰਹਿੰਦੇ ਸੀਗੇ ਮੇਰੇ ਨਾਲ ਜਾਂ ਸਾਡੇ ਨਾਲ ਉਹ ਚੀਜ਼ਾਂ ਸੀ ਸਾਨੂੰ ਮੈਨੂੰ ਲੱਗਦਾ ਸੀ ਕਿ ਸਟੋਰੀ ਬਣਨੀ ਚਾਹੀਦੀ ਹੈ ਕਦੇ ਨਾ ਕਦੇ ਫਿਰ ਅਸੀਂ ਜੁੜੇ ਹੋਰੀ ਸਾਹਿਬ ਜੁੜੇ ਫਿਰ ਬਾਈ ਜੀ ਹੋਰੀ ਆ ਗਏ ਸੋ ਮੈਨੂੰ ਲੱਗਦਾ ਕਿ ਮੇਨ ਹੋਰੀ ਸਾਹਿਬ ਬਣੇ ਇਸ ਗੱਡੀ ਨੂੰ ਤਾਂ ਇੰਜਣ ਅੱਗੇ ਲਿਜਾਣ ਲਈ ਤੇ ਫਿਰ ਬਣਦੇ ਫਿਲਮ ਬਣ ਗਈ ਜੀ ਔਰ ਇੱਕ ਖੂਬਸੂਰਤ ਫਿਲਮ ਬਣੀ ਆ ਸੋ ਮੈਂ ਬਹੁਤ ਹੀ ਆਪਣੇ ਆਪ ਨੂੰ ਸੁਭਾਗਾ ਸਮਝਦਾ ਜਿਹੜਾ ਮੈਂ ਇਸ ਫਿਲਮ ਦਾ ਪਾਰਟ ਆ ਔਰ ਤੁਸੀਂ ਸਾਰੇ ਪਿਆਰ ਕਰਦੇ ਹੋ ਟ੍ਰੇਲਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਥੈਂਕ ਯੂ ਔਰ ਸਾਡੀ ਸਾਰੀ ਟੀਮ ਦੀ ਮਿਹਨਤ ਹੈ ਜੀ ਕੋਈ ਇਕੱਲਾ ਬੰਦਾ ਕਦੇ ਵੀ ਫਿਲਮ ਨਹੀਂ ਬਣਾ ਸਕਦਾ ਜਾਂ ਕੋਈ ਇਕੱਲਾ ਬੰਦਾ ਕਦੇ ਵੀ ਸਫਲ ਨਹੀਂ ਹੋ ਸਕਦਾ ਉਹਦੇ ਪਿੱਛੇ ਬਹੁਤ ਸਾਰੇ ਲੋਕ ਹੁੰਦੇ ਨੇ ਸੋ ਇਸੇ ਕਰਕੇ ਹਰ ਬੰਦੇ ਦੀ ਆਪਣੀ ਕਿਸਮਤ ਹੁੰਦੀ ਹੈ ਸੋ ਸਾਡੀ ਸਾਰਿਆਂ ਦੀ ਕਿਸਮਤ ਇਸ ਫਿਲਮ ਨਾਲ ਜੁੜੀ ਹੋਈ ਹੈ ਤੇ ਹੁਣ ਜਿਹੜਾ ਸਾਡਾ ਕੰਮ ਹੈਗਾ 2 ਸਾਲ ਅਸੀਂ ਕੋਵਿਡ ਦੇ ਜਿਹੜਾ ਦੁੱਖ ਸੀਗਾ ਉਹਦੇ ਕਰਕੇ ਫਿਲਮ ਨੂੰ ਡਿਲੇ ਕਰਦੇ ਆਏ ਫਿਰ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਬਹੁਤ ਹੀ ਨਿੰਦਣਯੋਗ ਸੋ ਸਾਡਾ ਵੀਰ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਰਿਹਾ ਉਹਦੇ ਕਰਕੇ ਵੀ ਫਿਰ ਅਸੀਂ ਇਹਨੂੰ ਡਿਲੇ ਕੀਤਾ ਕਿਉਂਕਿ ਬਣਦਾ ਵੀ ਨਹੀਂ ਸੀਗਾ ਹਨਾ ਸੋ ਹੁਣ ਵੀ ਅਸੀਂ ਟ੍ਰਿਬਿਊਟ ਦਿੱਤਾ ਬਾਈ ਨੂੰ ਸੋ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਪੰਜਾਬ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਸਾਡੀ ਸਾਰੀ ਟੀਮ ਇਹਦੀ ਨਿੰਦਾ ਕਰਦੀ ਆ ਔਰ ਬਾਕੀ ਤੁਹਾਨੂੰ ਸਾਰਿਆਂ ਨੂੰ ਟ੍ਰੇਲਰ ਕਿਵੇਂ ਲੱਗਿਆ ਤੁਸੀਂ ਆਪਣੇ ਦੱਸਿਓ ਤੁਸੀਂ ਹਨਾ ਸਵੇਰੇ ਲਿਖਿਓ ਇਹਦੇ ਬਾਰੇ ਜਿਵੇਂ ਵੀ ਤੁਹਾਨੂੰ ਲੱਗਿਆ ਜੀ ਥੈਂਕ ਯੂ ਵੈਰੀ ਮਚ ਸ਼ਰਨਜੀਤ ਕੌਰ the actress of the film well as we know ਕਿ ਆਪਾਂ ਟ੍ਰੇਲਰ ਦੇ ਵਿੱਚ ਵੇਖ ਰਹੇ ਹਾਂ ਕਿ ਜਿਹੜੇ ਮੁੰਡਿਆਂ ਦੇ ਵਿੱਚ ਸ਼ਰੀਕੇਬਾਜ਼ੀ ਦਾ ਵੇਖਣ ਮਿਲ ਰਹੀ ਹੈ ਲੇਕਿਨ ਤੁਹਾਡੀ ਜਿਹੜੀ ਗੱਲ ਕਰੀਏ ਸਕਰੀਨ ਪ੍ਰੈਜ਼ੈਂਸ ਬਹੁਤ ਹੀ ਸੋਹਣੀ ਲੱਗ ਰਹੀ ਹੈ ਤੁਹਾਡੀ ਇਵਨ ਡੈਬਿਊ ਫਿਲਮ ਤੇ ਵੀ ਬਹੁਤ ਸਾਰੇ ਕੰਪਲੀਮੈਂਟਸ ਤੁਹਾਨੂੰ ਮਿਲੇ ਸੀ ਆਈ ਵਾਸ देयर
ਕਿ ਤੁਹਾਡੀ ਸਕਰੀਨ ਪ੍ਰੈਜ਼ੈਂਸ ਬਹੁਤ ਹੀ ਜ਼ਿਆਦਾ ਅੱਛੀ ਹੈ ਤੇ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਵਾਟ ਅਬਾਊਟ ਦਿਸ ਫਿਲਮ, ਇਸ ਫਿਲਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਹਿੱਸਾ ਬਣੇ? ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹਜੇ ਵੀ ਮੇਰਾ ਦਿਲ ਬਹੁਤ ਧੜਕ ਰਿਹਾ ਹੈ ਜ਼ੋਰ ਜ਼ੋਰ ਦੀ, ਬਿਕਾਜ਼ ਬਹੁਤ ਬਹੁਤ ਇੰਤਜ਼ਾਰ ਕੀਤਾ ਮੈਂ ਇਸ ਦਿਨ ਦਾ, ਔਰ ਇਹਦਾ ਪ੍ਰੋਜੈਕਟ ਮੈਂ ਬਣੀ ਹੈ ਬਿਕਾਜ਼ ਆਫ ਓਰੀ ਜੀ। ਮੈਂ ਸੋਚਿਆ ਵੀ ਨਹੀਂ ਸੀ ਕਦੀ ਲਾਈਫ 'ਚ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਦੀ ਹਾਂ, ਔਰ ਜਿਮੀ ਜੀ ਨਾਲ, ਦੇਵ ਜੀ ਨਾਲ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ, ਔਰ ਇੰਨੇ ਵੱਡੇ ਪ੍ਰੋਡਕਸ਼ਨ ਹਾਊਸ ਨਾਲ, ਔਰ ਨਵਨੀਤ ਜੀ ਨਾਲ, ਜਿਨ੍ਹਾਂ ਦਾ ਕਦੀ ਮੈਂ ਸੱਚੀ ਸੁਪਨਾ ਦੇਖਿਆ ਨਹੀਂ ਸੀ, ਪਰ ਅੱਜ ਮੈਂ ਇੱਥੇ ਬੈਠੀ ਹਾਂ, ਸੋ ਲੱਕੀ। ਔਰ ਸਭ ਤੋਂ ਜ਼ਿਆਦਾ ਮੈਂ ਥੈਂਕ ਯੂ ਕਰਨਾ ਚਾਹਾਂਗੀ ਓਰੀ ਜੀ ਦਾ, ਬਿਕਾਜ਼ ਆਫ ਹਿਮ ਓਨਲੀ ਆਈ ਐਮ ਸਿਟਿੰਗ ਹੇਅਰ ਰਾਈਟ ਨਾਓ। ਸੋ ਬਾਕੀ ਟ੍ਰੇਲਰ ਤੁਸੀਂ ਦੇਖਿਆ ਹੈ, ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਜ਼ਿਆਦਾ ਹੋ ਸਕੇ ਅਸੀਂ ਤੁਹਾਨੂੰ ਇਸ ਸਟੋਰੀ ਰਾਹੀਂ ਇੰਟਰਟੇਨ ਕਰ ਸਕੇ। ਮੈਂ ਦਿਲ ਬਹੁਤ ਮੇਰਾ ਧੜਕ ਰਿਹਾ ਹੈ। ਧੜਕਦਾ ਹੀ ਰਹਿਣਾ ਚਾਹੀਦਾ, ਰੁਕੇ ਨਾ ਇਹ। ਸੱਚੀ ਜਦੋਂ ਕਿਸੇ ਦਾ ਸੁਪਨਾ ਪੂਰਾ ਹੁੰਦਾ ਹੋਵੇ ਨਾ, ਤਾਂ ਉਹ ਤੋਂ ਵੱਧ ਕੇ ਖੁਸ਼ੀ ਕਦੀ ਨਹੀਂ ਮਿਲ ਸਕਦੀ, ਔਰ ਅੱਜ ਮੇਰਾ ਉਹ ਸੁਪਨਾ ਪੂਰਾ ਹੋਇਆ ਹੈ। ਇਸ ਕਰਕੇ ਸ਼ਾਇਦ ਮੈਂ ਵੀ ਤੁਸੀਂ ਦੇਖ ਵੀ ਸਕਦੇ ਹੋਵੋਗੇ। ਮੈਂ ਕਹਿਣਾ ਬਹੁਤ ਕੁਝ ਚਾਹਨੀ ਹਾਂ, ਬਹੁਤ ਕੁਝ, ਬਟ ਇਸ ਟਾਈਮ ਤੇ ਸੱਚੀ ਦਿਲ ਸਮਝ ਨਹੀਂ ਆ ਰਹੀ। ਪਰ ਮੈਂ ਇਹੀ ਕਹਾਂਗੀ ਸਾਰਿਆਂ ਨੂੰ ਕਿ ਤੁਸੀਂ ਸਾਰੇ ਆਪਣਾ ਪਿਆਰ ਦਿਓ, ਸਪੋਰਟ ਦਿਓ, ਤਾਂ ਕਿ ਅਸੀਂ ਹੋਰ ਵਧੀਆ ਕੰਮ ਕਰ ਸਕੀਏ। ਥੈਂਕ ਯੂ ਸੋ ਮਚ। ਵੈਲ ਨੋ ਵਰੀਜ਼, ਵੀ ਆਰ ਸ਼ੋਰ ਜਦੋਂ ਪ੍ਰੀਮੀਅਰ ਤੇ ਤੁਸੀਂ ਫਿਲਮ ਤੇ ਆਡੀਅנס ਦਾ ਪਿਆਰ ਦੇਖੋਗੇ ਤਾਂ ਵਾਕਈ ਤੁਹਾਡੇ ਦਿਲ ਦੀ ਧੜਕਣਾਂ ਬਾਰ-ਬਾਰ ਰੁਕਣ ਦਾ ਨਾਮ ਲੈਣਗੀਆਂ, ਲੇਕਿਨ ਖੁਸ਼ੀ ਦੇ ਨਾਲ ਉਹ ਹੋਰ ਤੇਜ਼ ਹੋ ਜਾਣਗੀਆਂ। ਸੋ ਮੂਵਿੰਗ ਫਾਰਵਰਡ ਫॉर द डायरेक्टर ऑफ द फिल्म नवनीत सिंह, ਸ਼ਰੀਕ 2 ਇੱਕ ਇਸ ਤਰ੍ਹਾਂ ਦੀ ਕਹਾਣੀ ਹੈ ਜੋ ਇੱਕ ਲੈਗੇਸੀ ਬਣ ਜਾਂਦੀ ਕਿਸੇ ਫਿਲਮ ਦੀ, ਜਦੋਂ ਉਸ ਨੂੰ ਆਲਰੇਡੀ ਅਸੀਂ ਸਕਰੀਨ ਤੇ ਵੇਖ ਸਕੀਏ। ਤੇ ਇੱਕ ਰਿਊਮਰ ਹੁੰਦਾ ਮੋਸਟਲੀ, ਵੈਸੇ ਤਾਂ ਬਾਲੀਵੁੱਡ ਫਿਲਮਾਂ ਦੇ ਵਿੱਚ ਹੁੰਦਾ ਹੈ ਕਿ ਅਗਰ ਪਾਰਟ 1 ਅੱਛਾ ਹੋਵੇ ਨਾ ਤਾਂ ਲੋਕਾਂ ਨੂੰ ਲੱਗਦਾ ਪਾਰਟ 2 ਅੱਛਾ ਨਹੀਂ ਹੋਏਗਾ। ਬਹੁਤ ਘੱਟ ਫਿਲਮਾਂ ਦੇ ਪਾਰਟ 2 ਜਿਹੜੇ ਨੇ ਉਹ ਅੱਛੇ ਹੁੰਦੇ ਨੇ, ਲੇਕਿਨ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੋਸਟਲੀ ਇਹ ਚੀਜ਼ਾਂ ਸਕਸੈਸਫੁਲ ਵੇਖੀਆਂ ਗਈਆਂ। ਸੋ ਵਾਟ ਅਬਾਊਟ ਯੂਰ ਦਿਸ ਫਿਲਮ ਸ਼ਰੀਕ 2? ਸੀ ਸ਼ਰੀਕ 1 ਸ਼ਰੀਕ 2 ਦੀ ਜੇ ਆਪਾਂ ਗੱਲ ਕਰੀਏ, ਜਿੱਥੇ ਅਸੀਂ ਸ਼ਰੀਕ 1 ਛੱਡੀ ਸੀਗੀ, ਸੋ ਦਿਸ ਇਜ਼ ਨਾਟ ਕੰਟੀਨਿਊਏਸ਼ਨ ਆਫ ਦੈਟ ਸਕ੍ਰਿਪਟ ਐਟ ਆਲ ਟੂਗੇਦਰ ਇੱਕ ਨਵੀਂ ਕਹਾਣੀ ਹੈ, ਬਟ ਇਮੋਸ਼ਨ ਫਿਲਮ ਦਾ ਉਹੀ ਹੈ। ਇੱਕ ਡਿਸਫੰਕਸ਼ਨਲ ਫੈਮਿਲੀ ਦੀ ਕਹਾਣੀ ਹੈ, ਦੋ ਭਰਾਵਾਂ ਦੀ ਕਹਾਣੀ ਹੈ, ਤੇ ਉਹਨਾਂ ਦੇ ਆਪਸੀ ਰਿਲੇਸ਼ਨਸ਼ਿਪ ਕਿੱਦਾਂ ਗਰੋ ਕਰਦੇ, ਐਂਡ पूरी फैमिली फिल्म है, एंड विद अ वेरी डीप मैसेज समवेयर विद इन द फिल्म, एंड बहुत रिलेशनशिप बारे फिल्म बहुत कुछ कह रही है, एंड वेरी गुड परफॉर्मेंसेस है ना, क्योंकि जिमी सर, देव भाई, ऑल गुड एक्टर्स इन द फिल्म। शरण has done a very good job in the film, and backed by like biggest production house in the northern region je aapa kahiye hai na, Thin Saab, Ori Saab, of course White Hill has always been made bigger films. So I was lucky enough है ना कि production backing was so good, actors ਇੰਨੇ ਵਧੀਆ ਸੀਗੇ, and we to me ਮੈਨੂੰ ਇਹਦਾ ਲੱਗਦਾ ਹੈ ਕਿ ਬਹੁਤ ਵਧੀਆ content ਸੀਗਾ ਮੇਰੇ ਕੋਲ ਕਹਿਣ ਲਈ, narrate ਕਰਨ ਲਈ। So I'm looking forward ਕਿ ਮਤਲਬ ਹਰ ਮੇਕਰ ਨੂੰ ਤਾਂ ਆਹੀ ਲੱਗਦਾ ਹੈ ਕਿ narrate ਵਧੀਆ ਹੋਇਆ ਹੈ। So ਮੈਨੂੰ ਇਹਦਾ ਲੱਗਦਾ ਹੈ ਕਿ ਸਹੀ ਤਰੀਕੇ ਨਾਲ ਕਹਾਣੀ ਕਹੀ ਗਈ ਹੈ। So looking forward for the 8th of the next month, and let's hope for the best. That's great. We are sure कि ट्रेलर में अच्छा रिस्पांस मिला है, तो फिल्म में भी लोग बहुत प्यार करेंगे। So I would like to request the producers of the film to please share a few words about this project. First of all, thank you so much Ori ji, ਤੁਸੀਂ ਵਾਈਟ ਹਿਲ ਕੋਲ ਪ੍ਰੋਜੈਕਟ ਲੈ ਕੇ ਆਏ ਔਰ ਸਾਨੂੰ ਇਹਦਾ ਹਿੱਸਾ ਬਣਾਇਆ। ਇੱਕ ਤੁਹਾਡਾ ਸਵਾਲ ਸੀ ਕਿ ਜਿਹੜੀਆਂ ਸੀਕੁਅਲਸ ਹੁੰਦੀਆਂ ਨੇ ਉਹ ਸ਼ਾਇਦ ਬਾਲੀਵੁੱਡ 'ਚ ਚੰਗੀਆਂ ਨਹੀਂ ਹੁੰਦੀਆਂ ਜਾਂ ਪੰਜਾਬੀ ਚੰਗੀਆਂ ਹੁੰਦੀਆਂ ਨੇ। ਮੈਂ ਸੀਕੁਅਲਸ ਬਣਾਈਆਂ ਨੇ, ਜੱਟ ਐਂਡ ਜੁੜੇਲ 1 ਸਰਦਾਰ ਜੀ। ਉਹਦਾ ਕੀ ਹੁੰਦੀ ਪ੍ਰੋਬਲਮ ਕੀ ਹੁੰਦੀ ਹੈ ਕਿ ਫਸਟ ਫਿਲਮ ਹਿੱਟ ਜਦੋਂ ਹੁੰਦੀ ਆ, ਆਡੀਅנס ਦੀਆਂ ਐਕਸਪੈਕਟੇਸ਼ਨਸ ਬਹੁਤ ਉੱਪਰ ਹੋ ਜਾਂਦੀਆਂ ਨੇ। ਉਹਦੇ ਕਰਕੇ ਆਡੀਅנס ਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਉਹ ਨਹੀਂ ਅੱਛੀ ਕੀਤੀ ਜਿਹੜੀ 1 ਨੇ ਕੀਤੀ ਸੀ। ਸ਼ਰੀਕ ਇੱਦਾਂ ਦੀ ਫਿਲਮ ਆ, ਜੇ ਉਹਦੇ ਸਟਾਰਕਾਸਟ ਦੇਖੀਏ ਤਾਂ ਸਟਾਰਕਾਸਟ ਜਿਹੜੀਆਂ ਆਡੀਅנס ਦੀ ਐਕਸਪੈਕਟੇਸ਼ਨ ਨੂੰ ਮੀਟ ਕਰਨ ਲਈ ਜਿਹੜਾ ਪੰਜਾਬ ਦਾ ਹੀਰੋ ਹੈ, ਜਿਹੜਾ ਆਡੀਅנס ਨੂੰ ਹਿੱਟ ਤੇ ਹਿੱਟ ਫਿਲਮਾਂ ਦੇ ਰਿਹਾ, ਉਹ ਦੇਵ ਖਰੋੜ, ਅਸੀਂ ਉਹਨੂੰ ਲੈ ਕੇ ਆਏ। ਅਗਰ ਆਡੀਅנס ਦੀ ਐਕਸਪੈਕਟੇਸ਼ਨ ਇੱਥੇ ਸੀਗੀ ਤੇ ਅਸੀਂ ਉਹਨੂੰ ਮੀਟ ਇੱਥੇ ਕਰਾਂਗੇ। ਦੈਟਸ ਵਾਈ ਸ਼ਰੀਕ ਇਜ਼ ਬੈਸਟ ਫਿਲਮ, ਵੈਰੀ ਕਲੋਜ਼ ਟੂ ਮੀ, ਔਰ ਇਹ ਬੜੀ ਵਧੀਆ ਹੈ। ਤੇ ਸੀਕੁਅਲ ਵੀ ਇਹਦਾ ਫਸਟ ਤੋਂ ਵਧੀਆ, ਆਫ ਕੋਰਸ ਬਹੁਤ ਵਧੀਆ ਸੀ, ਉਹ ਵੀ ਬਹੁਤ ਵਧੀਆ ਸੀ। Well, exactly, you said that right thing कि पंजाब ਦੇ ਜਿਹੜੇ ਟਾਪ ਹੀਰੋਜ਼ ਦੇ ਵਿੱਚ ਉਹਨਾਂ ਦੇਵ ਖਰੋੜ, because
Last time I googled his name and he was among the top 3 actors of the Punjabi industry. Unbelievable. ਥੈਂਕ So ਯੂ congratulations for ਇਹ that. ਮੈਨੂੰ ਨਹੀਂ ਸੀ ਪਤਾ, ਤੁਸੀਂ ਦੱਸਿਆ, ਮੈਂ ਵੀ ਗੂਗਲ ਕਰੂੰਗਾ, ਸਕਰੀਨਸ਼ਾਟ ਮਾਰ ਕੇ ਬਿਲਕੁਲ share ਕਰੂੰਗਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਦੇਖੋ ਅਸੀਂ ਡਿਸਟ੍ਰੀਬਿਊਟਰ ਵੀ ਹਾਂ, ਬਾਕਸ ਆਫਿਸ ਅਸੀਂ ਦੇਖਦੇ ਹਾਂ ਓਵਰਸੀਜ਼ ਤੋਂ ਲੈ ਕੇ ਇੱਕ ਛੋਟੇ ਟਾਊਨ ਤੱਕ ਦੀ। ਪਰ ਜਿਹੜੇ ਲੋਕ, ਜਿਹੜੇ ਨੌਜਵਾਨ ਯੰਗ ਜਿਹੜੇ ਹੈਗੇ ਆ, ਉਹ ਦੇਵ ਜੀ ਨੂੰ ਪਿਆਰ ਕਰਦੇ ਆ, ਉਹ ਬਹੁਤ ਕਰਦੇ ਆ। ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਸ਼ੋਅ ਤੁਹਾਡੇ ਜਿਹੜੇ ਫਸਟ ਨੇ ਉਹ ਫੁੱਲ ਹੋ ਜਾਂਦੇ ਨੇ। ਔਰ ਮੰਡੀਆਂ ਦੀ ਤਾਂ ਕਿਆ ਕਮਾਲ ਹੈ ਕਿ ਲੋਕ ਪਹਿਲਾਂ ਹੀ ਫੁੱਲ ਕਰ ਦਿੰਦੇ ਨੇ, ਜਾ ਕੇ ਭੰਗੜੇ ਪਾਉਂਦੇ ਨੇ। ਔਰ ਆਫ ਕੋਰਸ ਮੈਟਰੋ ਸਿਟੀ ਦੇ ਵਿੱਚ ਵੀ ਚੱਲਦਾ ਹੈ। ਔਰ ਦੇਵ ਇਜ਼ ਅ ਬ੍ਰਿਲੀਅੰਟ ਐਕਟਰ, ਜਿਵੇਂ ਜੀ ਸਾਡੇ ਵਿੱਚ ਨਹੀਂ ਹੈ, ਪਰ ਇੱਥੇ ਉਹ ਸ਼ੂਟ ਕਰ ਰਹੇ ਨੇ ਯੂਕੇ ਦੇ ਵਿੱਚ। ਦੈਟ ਵਾਸ ਅ ਬਿਜ਼ੀ, ਸਾਡੀ ਫਿਲਮ ਜਿਹੜੀ ਪੋਸਟਪੋਨ ਹੋਣ ਕਰਕੇ ਉਹਨਾਂ ਦਾ ਸਕੈਜੂਲ ਸੀ, ਇੱਕ ਹੀ ਹੈਜ਼ ਟੂ ਗੋ। ਪਰ ਸਾਡੇ ਕੋਲ ਇੱਕ ਬਹੁਤ ਵਧੀਆ ਬ੍ਰਿਲੀਅੰਟ ਐਕਟਰ ਮਿਲੇ ਨੇ। ਅਗਰ ਮੈਂ ਸ਼ਰਨ ਦੀ ਗੱਲ ਕਰਾਂ, ਤੁਸੀਂ ਗੱਲ ਕਰ ਰਹੇ ਸੀ ਕਿ ਸ਼ਰਨ ਨੂੰ, ਸ਼ਰਨ ਜੀ ਤੁਸੀਂ ਫਿਲਮ ਦਾ ਕਿੱਦਾਂ ਹਿੱਸਾ ਬਣੇ? ਦੇਖੋ ਅਸੀਂ ਫਿਲਮਾਂ ਦੇ ਵਿੱਚ ਮੈਂ ਐਜ਼ ਅ ਪ੍ਰੋਡਿਊਸਰ ਸੋਨੂ ਨੂੰ ਲੈ ਕੇ ਆਇਆ, ਸੋਨੂ ਨੂੰ ਅਸੀਂ ਲਾਂਚ ਵੀ ਕੀਤਾ ਹੈ। ਇਟਸ ਅ ਡੈਬਿਊ ਫਿਲਮ ਸ਼ਾਇਦ ਉਹਨਾਂ ਨੇ ਕੀਤੀ ਹੈ, ਪਰ ਇਹਨਾਂ ਦੀ ਫਿਲਮ, ਇਹਨਾਂ ਦੀ ਕੈਰੀਅਰ ਦੀ ਫਿਲਮ, ਸਭ ਤੋਂ ਵੱਡੀ ਫਿਲਮ ਆ। ਉਹ ਐਦਾਂ ਨਹੀਂ ਫਿਲਮ ਦੇ ਵਿੱਚ ਲੈ ਗਿਆ, ਅਸੀਂ ਪ੍ਰੋਪਰ ਆਡੀਸ਼ਨਸ ਹੋਏ, ਆਡੀਸ਼ਨਸ ਦੇ ਵਿੱਚ ਇੱਕ ਨਹੀਂ ਬਹੁਤ ਨੋਨਸ ਦੇ ਵੀ ਹੋਏ, ਅਸੀਂ ਅਪਰੋਚ ਕੀਤਾ। ਔਰੀ ਜੀ ਵੀ ਨਾਲ ਸੀ, ਨਵਨੀਤ ਜੀ ਆਫ ਕੋਰਸ, ਸਾਰਿਆਂ ਦੇ ਆਡੀਸ਼ਨ ਹੁੰਦੇ ਸੀ। ਔਰ ਇਹ ਐਦਾਂ ਦੀ ਮੈਂ ਗੱਲ ਕਰਾਂਗਾ ਸ਼ਰਨ ਜੀ ਨੇ ਇੱਕ ਪਾਵਰਫੁਲ, ਇੰਪੈਕਟਫੁਲ ਸਾਨੂੰ ਇੱਕ ਆਡੀਸ਼ਨ ਭੇਜਿਆ, ਜਿਸ ਨੂੰ ਲੱਗਾ ਕਿ ਨਹੀਂ ਇਹਦੇ ਲਈ ਸ਼ਰਨ ਹੀ ਸੁਟੇਬਲ ਆ। ਔਰ ਸ਼ਰਨ ਨੇ ਕੰਮ ਵੀ ਬਹੁਤ ਵਧੀਆ ਕੀਤਾ, ਬੇਕਮਾਲ ਕੰਮ ਕੀਤਾ ਹੈ। ਲੱਗਦਾ ਨਹੀਂ ਹੈ ਕਿ ਉਹ ਇੱਕ ਨਵੀਂ ਕੁੜੀ ਆ। ਔਰ ਜਿਮੀ ਜੀ, ਦੇਵ ਜੀ, ਦੇ ਹੈਵ ਬੀਨ ਵਰਕਿੰਗ ਫॉर ਇੰਡਸਟਰੀ ਫॉर ਲੌਂਗ ਟਾਈਮ, ਕਿ ਉਹਨਾਂ ਦੇ ਨਾਲ ਕਰ ਪਾਏਗੀ। ਔਰ ਮੈਨੂੰ ਆਪ ਨੂੰ, ਮੈਂ ਪਹਿਲੇ ਦਿਨ ਉੱਥੇ ਸੀ ਸੈੱਟ ਤੋਂ, ਪਰ ਮੈਨੂੰ ਲੱਗਦਾ ਸੀ ਯਾਰ ਸ਼ਾਇਦ ਕੁੜੀ ਇਹ ਨਰਵਸ ਨਾ ਹੋ ਜਾਏ, ਪਰ ਨਰਵਸ ਨਹੀਂ ਹੋਈ। ਇਹਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ, ਔਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਬਾਕੀ ਨਵਨੀਤ ਜੀ, ਫਿਲਮਾਂ ਦੇਖੋ ਇਹਨਾਂ ਦੀ ਹਿੱਟ ਰਹੀਆਂ ਨੇ। ਮੈਂ ਤਾਂ ਉਦੋਂ ਨਵਨੀਤ ਜੀ ਨੂੰ ਜਾਣਦਾ ਜਦੋਂ ਇਹ ਅਸਿਸਟੈਂਟ ਡਾਇਰੈਕਟਰ ਸੀ ਮਾਂਜੀ ਦੇ। ਮੈਂ ਵੀ ਉਸ ਦਿਨਾਂ ਦੇ ਵਿੱਚ ਮਾਂਜੀ ਦੇ ਨਾਲ ਹੀ ਸੀ, ਮੈਂ ਤਾਂ ਇਹਨਾਂ ਤੋਂ ਵੀ ਬਹੁਤ ਥੱਲੇ ਸੀ। ਮੈਂ ਤੁਹਾਨੂੰ ਦੇਖਦਾ ਹੁੰਦਾ ਸੀ ਵੀ ਕਰ ਕੀ ਰਹੇ ਆ, ਤੇ ਉਸ ਦਿਨ ਤੋਂ ਜਾਣਦਾ। ਹੀ ਇਜ਼ ਅ ਬ੍ਰਿਲੀਅੰਟ ਡਾਇਰੈਕਟਰ ਐਂਡ ਅ ਬ੍ਰਿਲੀਅੰਟ ਸਟੋਰੀ ਟੈਲਰ ਐਂਡ ਹੀ ਹੈਜ਼ ਡਨ ਅ ਕਮੈਂਡੇਬਲ ਜੌਬ। ਬਾਕੀ ਰਾਈਟਰ ਸਾਹਿਬ ਸਾਡੇ ਨਾਲ ਹੀ ਬੈਠੇ ਨੇ, ਜਿਨ੍ਹਾਂ ਨੇ ਦੇਵ ਜੀ ਨਾਲ ਕੰਮ ਕੀਤਾ। ਅੱਗੇ ਮੈਂ ਫਿਊਚਰ ਦੇ ਵਿੱਚ ਵਾਈਟਲ ਕੰਮ ਉਹਨਾਂ ਨਾਲ ਕਰ ਰਹੀ ਹੈ। ਇਹਨਾਂ ਨੇ ਹਿੱਟ ਫਿਲਮਾਂ ਦਿੱਤੀਆਂ ਨੇ। ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਆਡੀਅנס, ਪੰਜਾਬ ਦਾ ਰੂਰਲ, ਪੰਜਾਬ ਦਾ ਮੈਟਰੋ ਕੀ ਚਾਹੁੰਦਾ ਹੈ, ਤੇ ਉਹੀ ਡਿਲੀਵਰ ਕਰਦੇ ਨੇ। ਔਰੀ ਜੀ ਸ਼ਰੀਕ ਲੈ ਕੇ ਆਏ ਸਾਡੇ ਲਈ, ਔਰ ਇਹਨਾਂ ਨੇ ਕਾਫੀ ਵੱਡੀਆਂ ਫਿਲਮਾਂ ਦਿੱਤੀਆਂ ਨੇ। ਮੇਰੇ ਨਾਲੋਂ, ਸਾਡੇ ਵਾਈਟਲ ਨਾਲੋਂ ਪਹਿਲਾਂ ਇਹ ਇੰਡਸਟਰੀ ਦੇ ਵਿੱਚ ਨੇ, ਬੜੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਤੇ ਔਰੀ ਜੀ, ਵਾਂਸ ਅਗੇਨ ਥੈਂਕ ਯੂ ਸੋ ਮਚ। Well, everybody is thankful to you, sir, of course, for this project. So, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਇਸ ਫਿਲਮ ਬਾਰੇ? ਪਹਿਲੇ ਤਾਂ ਮੈਂ ਚੱਲ ਰਿਹਾ ਭਾਜੀ, ਰੱਬ ਦਾ ਸ਼ੁਕਰ ਗੁਜ਼ਾਰ ਕਰੂੰਗਾ ਕਿ ਰੱਬ ਨੇ ਮੈਨੂੰ ਸ਼ਰੀਕ ਵਰਗਾ ਸਬਜੈਕਟ ਜਿਮੀ ਸ਼ੇਰਗਿਲ ਦੇ ਰਾਹੀਂ, ਤੀਰ ਰਤਨ ਔਰ ਨਵਨੀਤ, ਜਿਹੜਾ ਸ਼ਰੀਕ ਅੱਜ ਸ਼ਰੀਕ 2 ਦੀ ਤਾਰੀਫ ਕਰ ਰਹੇ, ਉਹ ਕਿਤੇ ਨਾ ਕਿਤੇ ਜਦੋਂ ਉਹਦਾ ਜਨਮ ਹੋਇਆ, ਉਹ ਜਿਮੀ ਸ਼ੇਰਗਿਲ, ਨਵਨੀਤ ਔਰ ਧੀਰ ਰਤਨ ਦੇ ਰਾਹੀਂ ਸ਼ਰੀਕ 1 ਦੇ ਵਿੱਚ ਹੋਇਆ। ਔਰ ਜਦੋਂ ਉਹ ਪਹਿਲੇ ਕਹਾਣੀ ਲੈ ਕੇ ਆਏ, ਮੈਨੂੰ ਇੰਨੀ ਚੰਗੀ ਲੱਗੀ ਕਿ ਪੰਜਾਬ ਦੀ ਕਹਾਣੀ ਹੈ। ਔਰ ਹਰ ਘਰ ਦੀ ਇੱਕ ਆਮ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ ਉਹ ਜੋ ਸ਼ਰੀਕੇਬਾਜ਼ੀ ਹੁੰਦੀ ਹੈ, ਉਹ ਉਸ ਟੈਕਸਚਰ ਦੀ ਕਹਾਣੀ ਹੈ। ਉੱਥੋਂ ਜਨਮ ਹੁੰਦੇ ਹੁੰਦੇ ਸ਼ਰੀਕ 1 ਬਣੀ, ਉਹਦਾ ਸਫ਼ਰ, ਉਹਦੀ ਲੋਕਾਂ ਨੂੰ ਕਾਫੀ ਪ੍ਰੇਜ਼ ਹੋਈ। ਤੇ ਸ਼ਰੀਕ 2 ਦਾ ਅਸੀਂ ਕਹਾਣੀ ਦਾ ਚੈਨ ਕਰਨਾ ਸ਼ੁਰੂ ਕੀਤਾ, ਬਹੁਤ ਸਾਰੇ ਰਾਈਟਰਾਂ ਨੂੰ ਅਪਰੋਚ ਕੀਤਾ। ਫਿਰ ਇੰਦਰ, ਇਹਨੇ ਸਾਡੇ ਨਾਲ ਪਹਿਲੇ ਇੱਕ ਬਲੈਕੀਆ ਫਿਲਮ ਕੀਤੀ ਸੀਗੀ, ਤੇ ਇਹਨੂੰ ਵੀ ਇੱਕ ਚੈਲੰਜ ਦਿੱਤਾ। ਅਸੀਂ ਹੋਰ ਵੀ ਰਾਈਟਰਸ ਨੂੰ ਕੰਟੈਂਟ ਲਿਖਣ ਲਈ ਦਿੱਤਾ। ਇਹ ਨਹੀਂ ਹੈ ਕਿ ਅਸੀਂ ਕੋਈ ਵੀ ਕਹਾਣੀ ਮਿਲੀ ਤੇ ਸ਼ਰੀਕ ਬਣਾ ਲਈ। ਸਾਨੂੰ ਲੱਗਿਆ ਕਿ ਸ਼ਰੀਕ ਪਹਿਲੇ ਨਾਲੋਂ ਉੱਤੇ ਹੀ ਹੋਣੀ ਚਾਹੀਦੀ ਕੋਈ ਗੱਲ, ਔਰ ਗੱਲ ਵੀ ਸ਼ਰੀਕੇਬਾਜ਼ੀ ਦੀ ਹੋਵੇ। ਤੇ ਦੇਵ ਦੀ ਕੰਟਰੀਬਿਊਸ਼ਨ ਕਹਾਣੀ ਦੇ ਵਿੱਚ ਬਹੁਤ ਸੀਗੀ, ਇੰਦਰ ਦੀ ਕੰਟਰੀਬਿਊਸ਼ਨ ਬਹੁਤ ਸੀਗੀ। ਔਰ ਜੇ ਕਹਾਣੀ ਜਿੱਥੇ ਫਾਈਨਲ ਹੋਈ, ਇੱਕ ਛੋਟਾ ਜਿਹਾ ਢਾਬਾ ਜਿਹਾ ਹੀ ਹੋਣਾ ਜਿੱਥੇ ਇਹਨੇ ਆਈਡੀਆ ਹੀ ਸੁਣਾਇਆ ਮੈਨੂੰ, तो उदो ही मैं फोन ला के नवनीत ਨੂੰ कहानी फोन ਤੇ ਸੁਣਾਈ। ਸਾਡਾ 10 ਮਿੰਟਾਂ ਦੇ ਵਿੱਚ ਕਹਾਣੀ ਲੌਕ ਹੋ ਗਈ, ਨਹੀਂ ਤਾਂ ਅਸੀਂ 6-8 ਮਹੀਨੇ ਤੋਂ ਕਹਾਣੀ ਲੱਭ ਰਹੇ ਸੀ, ਸਾਨੂੰ ਕਹਾਣੀ ਨਹੀਂ ਮਿਲ ਰਹੀ ਸੀ। ਫਿਰ ਉਹ ਕਹਾਣੀ ਮਹਿੰਗੀ ਕਹਾਣੀ ਸੀ, ਫਿਰ ਸੀਗਾ ਕਿ ਪੈਸਾ ਬਹੁਤ ਲੱਗਣਾ ਹੈ, ਇਸ ਮਹਿੰਗੀ ਕਹਾਣੀ ਚੂਜ਼ ਤਾਂ ਕਰ ਲਿਆ ਤੇ ਉਹ ਕਹਾਣੀ ਨੂੰ ਫਿਰ ਸਫ਼ਰ ਸ਼ੁਰੂ ਕਰਤਾ ਕਿ ਇਹ ਮਹਿੰਗੀ ਕਹਾਣੀ ਲਈ ਪੈਸਾ ਵੀ ਚਾਹੀਦਾ। ਫਿਰ ਨਾਲ ਮੇਰੇ ਸਨੀ ਜੀ ਜੁੜੇ, ਸਿੰਘ ਸਾਹਿਬ ਜੁੜੇ, फिर वो सफर अगे चलते चलते अज ये ट्रेलर तक पहुंचा। और फिर कलाकार भी उदा देव जुड़िया, जिमी का नाम भी लेना मैं बहुत थैंक्स कहूँगा कि जे शरीक अज इत्थे तक पहुंची। जिमी का भी बहुत बड़ा योगदान है, देव खरोड़ का भी बहुत बड़ा योगदान है, और शरण का भी हैगा। शरण ने भी जिदा वो मेरी तारीफ करी जा रही है, वो सब तो पहले तो रब का ही करना चाहिए कि वो उन्हें काबिल उन्हें बनाया कि वो शरीक दे विच पार्टिसिपेट होगी। मैं तो एक हथ फड़ाया और शरीक दे विच एंटर कराता, वो डिजर्व करती सी। असी ये नहीं है कि
ਉਹ 4-5 ਕੁੜੀਆਂ ਦੇ ਆਡੀਸ਼ਨ ਕੀਤੇ ਔਰ ਉਹਦੇ ਵਿੱਚ ਇਹ ਪਰਫਾਰਮਰ ਵਾਈਜ਼ ਜਿੱਦਾਂ ਦਾ ਕਰੈਕਟਰ ਸਾਨੂੰ ਚਾਹੀਦਾ ਸੀ ਉਹ ਪਰਫਾਰਮ ਕੀਤਾ ਹੈ ਔਰ ਵਧੀਆ ਨਿਭਾਇਆ। ਸਾਰੀ ਟੀਮ ਦੀ ਹੈ ਇਹ ਮਿਹਨਤ ਔਰ ਇਕੱਲਾ ਇੱਕ ਮੈਂ ਆਪਣਾ ਕਹਾਂ ਜਾਂ ਡਾਇਰੈਕਟਰ ਕਵੇ ਤੇ ਸਾਰੀ ਟੀਮ ਦੀ ਹੈ, ਚਾਹੇ ਪ੍ਰੋਡਕਸ਼ਨ ਦੇ ਛੋਟੇ ਜਿਨ੍ਹਾਂ ਨੇ ਪ੍ਰੋਡਕਸ਼ਨ ਕਰਾਈ ਹੈ, ਵਿਕਰਮ ਹੈ, ਚਾਹੇ ਚੰਨਾ ਹੈ, ਚਾਹੇ ਉਹ ਜਿੰਨੀ ਵੀ ਟੀਮ ਸੀਗੀ ਸਾਰੀ ਟੀਮ ਦੀ ਹੈ, ਚਾਹੇ ਉਹ ਕੈਮਰਾਮੈਨ ਹਰਮੀਤ ਜੀ ਹੈ, ਨਵਨੀਤ ਜੀ ਦੇ ਫਾਦਰ, ਸਭ ਦਾ ਵੱਡਾ ਯੋਗਦਾਨ ਹੈ। ਕਿਉਂਕਿ ਜੇ ਫਿਲਮ ਪਰਦੇ ਤੇ ਤੁਹਾਨੂੰ ਕੈਮਰੇ 'ਚ ਵਧੀਆ ਲੱਗ ਰਹੀ ਤਾਂ ਉਹ ਕਿਤੇ ਨਾ ਕਿਤੇ ਡੀਓਪੀ ਦਾ ਵੀ ਹੈਗਾ, ਹਰ ਬੰਦੇ ਦਾ ਛੋਟਾ ਛੋਟਾ ਰੋਲ ਹੈ, ਬੈਕਗ੍ਰਾਉਂਡ ਸਕੋਰ ਵਾਲੇ ਦਾ ਰੋਲ ਹੈ। ਤੇ ਇਸ ਕਰਕੇ ਅੱਜ ਇਹ ਟ੍ਰੇਲਰ ਤੁਹਾਨੂੰ ਚੰਗਾ ਲੱਗ ਰਿਹਾ। ਮੈਂ ਇੰਦਰ ਨੂੰ ਕਹੂੰਗਾ ਕਿ ਕੁਝ 2 ਸ਼ਬਦ ਬੋਲੇ। ਇੰਦਰ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਹੋਪ ਤੁਹਾਨੂੰ ਟ੍ਰੇਲਰ ਚੰਗਾ ਲੱਗਿਆ ਹੋਣਾ। ਤੇ ਮੈਂ ਜਦੋਂ ਫਿਲਮ ਦੀ ਗੱਲ ਚੱਲੀ ਸੀ ਸਾਡੀ ਮੇਰੀ ਉਹਦੀ ਸਾਹਿਬ ਨਾਲ ਪਹਿਲੀ ਵਾਰ ਗੱਲ ਹੋਈ ਸੀ, ਬਲੈਕ ਫਿਲਮ ਦੇ ਸੈੱਟ ਤੇ ਹੋਈ ਸੀ। ਸੋ ਫਰੋਮ ਦਾ ਵੈਰੀ ਫਰਸਟ ਡੇ ਮੇਰੇ ਮਨ 'ਚ ਇੱਕ ਡਰ ਸੀਗਾ ਜਾਂ ਕਹਿ ਲਈਏ ਇੱਕ ਚੈਲੰਜ ਸੀ ਮੇਰੇ ਲਈ ਕਿ ਇੱਕ ਬਹੁਤ ਵਧੀਆ ਫਿਲਮ ਜਿਹੜੀ ਕਿ ਮਤਲਬ ਕਿ ਕਲਟ ਫਿਲਮਾਂ ਦੇ ਵਿੱਚੋਂ ਦੀ ਮੈਂ ਕਹੂੰਗਾ ਇੱਕ ਹੈ ਪੰਜਾਬੀ ਦੀ, ਤੇ ਇਹਦਾ ਅਗਲਾ ਤੁਸੀਂ ਪਾਰਟ ਲਿਖਣਾ ਸੀ। ਬਟ ਬਾਈ ਦਾ ਗ੍ਰੇਸ ਆਫ ਗॉड ਪਹਿਲਾਂ ਤੋਂ ਹੀ ਟੀਮ ਇੰਨੀ ਅੱਛੀ ਹੈ, ਸਾਰੇ ਜੁੜੇ ਹੋਏ ਸੀ, ਅਸੀਂ ਸਾਰਿਆਂ ਦੀ ਸਪੋਰਟ ਰਹੀ, ਚਾਹੇ ਹੋਰੀ ਸਾਹਿਬ ਹੈ, ਚਾਹੇ ਡਾਇਰੈਕਟਰ ਸਾਹਿਬ ਹੈ, ਚਾਹੇ ਵਾਈਟ ਹਿਲ ਤੋਂ ਆਪਣੇ ਪ੍ਰੋਡਿਊਸਰਸ ਹੈ ਜਾਂ ਦੇਵ ਬਾਈ ਹੋ ਗਏ, ਅਸੀਂ ਸਾਰਿਆਂ ਨੇ ਮਤਲਬ ਕਿ ਇੰਨੀ ਡਿਸਕਸ਼ਨਸ ਹੋਈਆਂ, ਸਾਰਾ ਕੁਝ ਹੋਇਆ। ਸੋ ਫਾਈਨਲੀ ਮੈਨੂੰ ਲੱਗ ਰਿਹਾ ਕਿ ਕੁਛ ਇਹੋ ਜਿਹਾ ਕੰਮ ਅਸੀਂ ਥੋੜਾ ਕਰਨ 'ਚ ਕਾਬਿਲ ਸਕਸੈਸਫੁਲ ਰਹੇ ਹਾਂ ਕਿ ਤੁਹਾਨੂੰ ਪਸੰਦ ਆਏਗਾ। ਭਾਜੀ ਅੱਜ ਦੇ ਇਸ ਇਵੈਂਟ ਤੇ ਸਾਡੇ ਕੁਝ ਜਿਹੜੇ ਕੀ ਪਰਸਨ ਜਿਹੜੇ ਆਨੇ ਸੀਗੇ ਬਟ ਕਿਸੇ ਕਾਰਨ ਕਰਕੇ, ਜਿੱਦਾਂ ਜਿਮੀ ਸ਼ੇਰਗਿੱਲ ਯੂਕੇ ਦੇ ਵਿੱਚ ਕੋਈ ਸ਼ੂਟ ਕਰ ਰਿਹਾ ਤਾਂ ਉਸ ਕਰਕੇ ਨਹੀਂ, ਕਿਉਂਕਿ ਆਪਾਂ ਡੇਟਸ ਥੋੜੀ ਅੱਗੇ ਕਰਤੀ ਹੈ ਸਿੱਧੂ ਕਰਕੇ, तो शूटिंग करके वो नहीं आ पाए, गुरबीर जी नहीं आ पाए, वो थोड़े से थोड़ा ढिली है और थिंक साहब भी वो कनाडा बैठे इस करके नहीं आ पाए, जो की परसन ऑफ द प्रोजेक्ट है तो ਉਹਨਾਂ ਦਾ ਵੀ ਇਸ ਫਿਲਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। Okay, so we are open for the media questions now. Any questions? मिल ही गया जवाब सारे। Okay, so I would like to request कि lights off कर दी जाए क्योंकि एक बार फिर से ट्रेलर दिखाना चाहूँगी। एक बार ट्रेलर प्ले होएगा इसके बाद आप ऑर्डर। Okay, so starting with our actor of the film, Dev Karod. हाले थोड़ी एक फिल्म रिलीज हुई थी डाकू दा मुंडा 2 and it was a hit, so congratulations for that first of all. And again we are moving to the Shareek 2. So ਹਮੇਸ਼ਾ ਅਸੀਂ ਜਦ ਵੀ ਤੁਹਾਨੂੰ ਪਰਦੇ ਤੇ ਵੇਖਦੇ ਆ ਤਾਂ ਇੱਕ ਅਲੱਗ ਤਰੀਕੇ ਦੇ ਜਜ਼ਬਾਤ ਜਿਹੜੇ ਆ ਉਹ ਅੱਖਾਂ 'ਚ ਵੇਖਣ ਬੰਦੇ ਨੇ। ਡਾਇਲੌਗ ਦਾ ਇਸ ਫਿਲਮ ਦਾ ਹਰ ਇੱਕ ਡਾਇਲੌਗ ਹੈ ਜੋ ਇੱਕ ਸ਼ਰੀਕੇਬਾਜ਼ੀ ਨੂੰ ਦਿਖਾ ਰਿਹਾ ਹੈ ਕਿ ਰਿਸ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਰੀਕੇਬਾਜ਼ੀ ਹੁੰਦੀ ਹੈ। ਤੇ ਜੋ ਤੁਸੀਂ ਸਟੋਰੀ ਪੜ੍ਹੀ ਸੀ, ਤੁਹਾਡੇ ਕੋਲ ਇਹ ਕਹਾਣੀ ਆਈ ਸੀ, ਤਾਂ ਕੀ ਰੀਜ਼ਨ ਸੀ ਤੁਹਾਡਾ ਇਸ ਫਿਲਮ ਨੂੰ ਸਾਈਨ ਕਰਨ ਦਾ ਤੇ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਸਾਡੀ ਸਾਰੀ ਟੀਮ ਵੱਲੋਂ। ਭਾਜੀ ਵੇਟ ਮੈਂ ਥੋੜਾ ਦਾ ਵੋਲਿਊਮ ਵਧਵਾ, ਮੈਂ ਆਪਣੀ ਉਹ ਵਧਾ ਲਾਂ ਤਾਂ ਮੈਂ ਇਹ ਕਹੂੰਗਾ ਜੀ ਕਿ ਮੇਰੇ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਕਿ ਐਡਾ ਵੱਡੇ ਪ੍ਰੋਡਕਸ਼ਨ ਹਾਊਸਸ 3 ਓਰੀ ਸਾਹਿਬ, ਵਾਈਟ ਹਿਲ, ਤਾਂ ਸਾਡਾ ਤਾਂ ਡ੍ਰੀਮ ਸੀਗਾ ਹਨਾ ਸ਼ੁਰੂ ਤੋਂ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਜਦੋਂ ਜਿੰਮੀ ਭਾਜੀ ਦੀ ਮੰਨਤ ਸ਼ੂਟ ਹੋ ਰਹੀ ਸੀਗੀ, ਮੈਂ ਪੰਜਾਬੀ ਯੂਨੀਵਰਸਿਟੀ ਗਿਆ ਸ਼ੂਟਿੰਗ ਦੇਖਣ ਲਈ ਤੇ ਉੱਥੇ ਰੱਸੀਆਂ ਲਾਈਆਂ ਹੋਈਆਂ ਸੀਗੀਆਂ, ਕਿਸੇ ਨੂੰ ਅੰਦਰ ਨਹੀਂ ਸੀ ਜਾਣ ਦੇ। ਮੈਂ ਦੂਰ ਖੜੇ ਹੋ ਕੇ ਜਿੰਮੀ ਭਾਜੀ ਨੂੰ ਦੇਖ ਰਿਹਾ ਸੀਗਾ। ਮੇਰੇ ਅੱਜ ਵੀ ਯਾਦ ਆ ਭਾਜੀ ਦੇ ਆਰਮੀ ਕਲਰ ਦਾ ਸਵੈਟਰ ਪਾਇਆ ਹੋਇਆ ਸੀਗਾ ਤੇ ਮੈਨੂੰ ਭਾਜੀ ਕਾਫੀ ਪੀ ਰਹੇ ਸੀ ਤੇ ਮੈਨੂੰ ਸੀਗਾ ਕਿ ਮੈਂ ਜਿੰਮੀ ਭਾਜੀ ਨੂੰ ਮਿਲਣਾ ਇੱਕ ਵਾਰ। ਬਟ ਅੱਜ ਮੈਂ ਉਹਨਾਂ ਨਾਲ ਸਕਰੀਨ ਸ਼ੇਅਰ ਕਰ ਰਿਹਾ ਤਾਂ ਮੇਰੇ ਉਹ ਅਲਫਾਜ਼ ਖੁਸ਼ੀ ਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਫਿਰ ਨਵਨੀਤ ਬਾਈ ਜੀ, ਇਹਨਾਂ ਦੀਆਂ ਫਿਲਮਾਂ ਅਸੀਂ ਦੇਖੀਆਂ, ਚਾਹੇ ਉਹ ਧਰਤੀ ਸੀ, ਚਾਹੇ ਮੇਲ ਕਰਾ ਦੇ ਰੱਬਾ ਸੀ। ਸੋ ਕਦੇ ਇਹ ਸੋਚਦੇ ਹੁੰਦੇ ਸੀ ਕਿ ਯਾਰ ਅਸੀਂ ਜੇ ਇਸ ਫੀਲਡ 'ਚ ਆ ਗਏ, ਇਹਨਾਂ ਡਾਇਰੈਕਟਰਸ ਦੇ ਨਾਲ ਜਾਂ ਐਡੇ ਵੱਡੇ ਪ੍ਰੋਡਕਸ਼ਨ ਹਾਊਸਸ ਦੇ ਨਾਲ ਕਦੇ ਕੰਮ ਕਰਾਂਗੇ ਤਾਂ ਮੈਂ ਬਾਬਾ ਜੀ ਦਾ ਸ਼ੁਕਰੀਆ ਅਦਾ ਕਰਦਾ। ਤੇ ਬਾਕੀ ਇਹ ਸਟੋਰੀ ਦੇ ਨਾਲ ਕਿਵੇਂ ਜੁੜਿਆ ਜੀ, ਇੰਦਰ ਬਾਈ ਜੀ ਦੀ ਸਟੋਰੀ ਸੀ, ਇਹ ਸ਼ੇਅਰ ਕਰਦੇ ਰਹਿੰਦੇ ਸੀਗੇ ਮੇਰੇ ਨਾਲ ਜਾਂ ਸਾਡੇ ਨਾਲ ਉਹ ਚੀਜ਼ਾਂ ਸੀ। ਮੈਨੂੰ ਲੱਗਦਾ ਸੀ ਕਿ ਸਟੋਰੀ ਬਣਨੀ ਚਾਹੀਦੀ ਹੈ ਕਦੇ ਨਾ ਕਦੇ। ਫਿਰ ਅਸੀਂ ਜੁੜੇ, ਹੋਰੀ ਸਾਹਿਬ ਜੁੜੇ, ਫਿਰ ਬਾਈ ਜੀ ਹੋਰੀ ਆ ਗਏ। ਸੋ ਮੈਨੂੰ ਲੱਗਦਾ ਕਿ ਮੇਨ ਹੋਰੀ ਸਾਹਿਬ ਬਣੇ ਇਸ ਗੱਡੀ ਨੂੰ ਤਾਂ ਇੰਜਣ ਅੱਗੇ ਲਿਜਾਣ ਲਈ, ਤੇ ਫਿਰ ਬਣਦੇ ਫਿਲਮ ਬਣ ਗਈ ਜੀ ਔਰ ਇੱਕ ਖੂਬਸੂਰਤ ਫਿਲਮ ਬਣੀ ਆ। ਸੋ ਮੈਂ ਬਹੁਤ ਹੀ ਆਪਣੇ ਆਪ ਨੂੰ ਸੁਭਾਗਾ ਸਮਝਦਾ ਜਿਹੜਾ ਮੈਂ ਇਸ ਫਿਲਮ ਦਾ ਪਾਰਟ ਆ ਔਰ ਤੁਸੀਂ ਸਾਰੇ ਪਿਆਰ ਕਰਦੇ ਹੋ। ਟ੍ਰੇਲਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ, ਥੈਂਕ ਯੂ। ਔਰ ਸਾਡੀ ਸਾਰੀ ਟੀਮ ਦੀ ਮਿਹਨਤ ਹੈ ਜੀ। ਕੋਈ ਇਕੱਲਾ ਬੰਦਾ ਕਦੇ ਵੀ ਫਿਲਮ ਨਹੀਂ ਬਣਾ ਸਕਦਾ ਜਾਂ ਕੋਈ ਇਕੱਲਾ ਬੰਦਾ ਕਦੇ ਵੀ ਸਫਲ ਨਹੀਂ ਹੋ ਸਕਦਾ, ਉਹਦੇ ਪਿੱਛੇ ਬਹੁਤ ਸਾਰੇ ਲੋਕ ਹੁੰਦੇ ਨੇ। ਸੋ ਇਸੇ ਕਰਕੇ ਹਰ ਬੰਦੇ ਦੀ ਆਪਣੀ ਕਿਸਮਤ ਹੁੰਦੀ ਹੈ। ਸੋ ਸਾਡੀ ਸਾਰਿਆਂ ਦੀ ਕਿਸਮਤ ਇਸ ਫਿਲਮ ਨਾਲ ਜੁੜੀ ਹੋਈ ਹੈ
ਤੇ ਹੁਣ ਜਿਹੜਾ ਸਾਡਾ ਕੰਮ ਹੈਗਾ 2 ਸਾਲ ਅਸੀਂ ਕੋਵਿਡ ਦੇ ਜਿਹੜਾ ਦੁੱਖ ਸੀਗਾ ਉਹਦੇ ਕਰਕੇ ਫਿਲਮ ਨੂੰ ਡਿਲੇ ਕਰਦੇ ਆਏ। ਫਿਰ ਆਹ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਬਹੁਤ ਹੀ ਨਿੰਦਣਯੋਗ। ਸੋ ਸਾਡਾ ਵੀਰ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਰਿਹਾ, ਉਹਦੇ ਕਰਕੇ ਵੀ ਫਿਰ ਅਸੀਂ ਇਹਨੂੰ ਡਿਲੇ ਕੀਤਾ ਕਿਉਂਕਿ ਬਣਦਾ ਵੀ ਨਹੀਂ ਸੀਗਾ ਹਨਾ। ਸੋ ਹੁਣ ਵੀ ਅਸੀਂ ਟ੍ਰਿਬਿਊਟ ਦਿੱਤਾ ਬਾਈ ਨੂੰ। ਸੋ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਪੰਜਾਬ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਸਾਡੀ ਸਾਰੀ ਟੀਮ ਇਹਦੀ ਨਿੰਦਾ ਕਰਦੀ ਹੈ। ਔਰ ਬਾਕੀ ਤੁਹਾਨੂੰ ਸਾਰਿਆਂ ਨੂੰ ਟ੍ਰੇਲਰ ਕਿਵੇਂ ਲੱਗਿਆ ਤੁਸੀਂ ਆਪਣੇ ਦੱਸਿਓ, ਤੁਸੀਂ ਹਨਾ ਸਵੇਰੇ ਲਿਖਿਓ ਇਹਦੇ ਬਾਰੇ ਜਿਵੇਂ ਵੀ ਤੁਹਾਨੂੰ ਲੱਗਿਆ ਜੀ। ਥੈਂਕ ਯੂ ਵੈਰੀ ਮਚ। ਸ਼ਰਨਜੀਤ ਕੌਰ, the actress of the film. Well, as we know ਕਿ ਆਪਾਂ ਟ੍ਰੇਲਰ ਦੇ ਵਿੱਚ ਵੇਖ ਰਹੇ ਹਾਂ ਕਿ ਜਿਹੜੇ ਮੁੰਡਿਆਂ ਦੇ ਵਿੱਚ ਸ਼ਰੀਕੇਬਾਜ਼ੀ ਤਾਂ ਵੇਖਣ ਮਿਲ ਰਹੀ ਹੈ ਲੇਕਿਨ ਤੁਹਾਡੀ ਜਿਹੜੀ ਗੱਲ ਕਰੀਏ ਸਕਰੀਨ ਪ੍ਰੈਜ਼ੈਂਸ ਬਹੁਤ ਹੀ ਸੋਹਣੀ ਲੱਗ ਰਹੀ ਹੈ। ਤੁਹਾਡੀ ਇਵਨ ਡੈਬਿਊ ਫਿਲਮ ਤੇ ਵੀ ਬਹੁਤ ਸਾਰੇ ਕੰਪਲੀਮੈਂਟਸ ਤੁਹਾਨੂੰ ਮਿਲੇ ਸੀ। ਆਈ ਵਾਸ देयर ਕਿ ਤੁਹਾਡੀ ਸਕਰੀਨ ਪ੍ਰੈਜ਼ੈਂਸ ਬਹੁਤ ਹੀ ਜ਼ਿਆਦਾ ਅੱਛੀ ਹੈ ਤੇ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਵਾਟ ਅਬਾਊਟ ਦਿਸ ਫਿਲਮ? ਇਸ ਫਿਲਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਹਿੱਸਾ ਬਣੇ? ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਹਜੇ ਮੇਰਾ ਦਿਲ ਬਹੁਤ ਧੜਕ ਰਿਹਾ ਹੈ ਜ਼ੋਰ ਦੀ ਬਿਕਾਜ਼ ਬਹੁਤ ਇੰਤਜ਼ਾਰ ਕੀਤਾ ਇਸ ਦਿਨ ਦਾ। ਔਰ ਇਹਦਾ ਪ੍ਰੋਜੈਕਟ ਮੈਂ ਬਣੀ ਹੈ ਬਿਕਾਜ਼ ਆਫ ਔਰੀ ਜੀ। ਮੈਂ ਸੋਚਿਆ ਵੀ ਨਹੀਂ ਸੀ ਕਦੀ ਲਾਈਫ 'ਚ ਕਿ ਮੈਂ ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਦੀ ਹਾਂ। ਔਰ ਜਿਮੀ ਜੀ ਨਾਲ, ਦੇਵ ਜੀ ਨਾਲ ਮੈਨੂੰ ਮੌਕਾ ਮਿਲਿਆ ਕੰਮ ਕਰਨ ਦਾ ਔਰ ਇੰਨੇ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਔਰ ਨਵਨੀਤ ਜੀ ਨਾਲ ਜਿਨ੍ਹਾਂ ਦਾ ਕਦੀ ਮੈਂ ਸੱਚੀ ਸੁਪਨਾ ਦੇਖਿਆ ਨਹੀਂ ਸੀ। ਪਰ ਅੱਜ ਮੈਂ ਇੱਥੇ ਬੈਠੀ ਹਾਂ, 100 ਲੱਕੀ। ਔਰ ਸਭ ਤੋਂ ਜ਼ਿਆਦਾ ਮੈਂ ਥੈਂਕ ਯੂ ਕਰਨਾ ਚਾਹਾਂਗੀ ਔਰੀ ਜੀ ਦਾ ਬਿਕਾਜ਼ ਆਫ ਹਿਮ ਓਨਲੀ ਆਈ ਐਮ ਸਿਟਿੰਗ ਹੇਅਰ ਰਾਈਟ ਨਾਓ। ਸੋ ਬਾਕੀ ਟ੍ਰੇਲਰ ਤੁਸੀਂ ਦੇਖਿਆ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਜ਼ਿਆਦਾ ਹੋ ਸਕੇ ਅਸੀਂ ਤੁਹਾਨੂੰ ਇਸ ਸਟੋਰੀ ਰਾਹੀਂ ਇੰਟਰਟੇਨ ਕਰ ਸਕੀਏ। ਮੈਂ ਦਿਲ ਬਹੁਤ ਮੇਰਾ ਧੜਕ ਰਿਹਾ ਹੈ। ਧੜਕਦਾ ਹੀ ਰਹਿਣਾ ਚਾਹੀਦਾ, ਰੁਕੇ ਨਾ ਇਹ। ਸੱਚੀ ਜਦੋਂ ਕਿਸੇ ਦਾ ਸੁਪਨਾ ਪੂਰਾ ਹੁੰਦਾ ਹੋਵੇ ਨਾ ਤਾਂ ਉਹ ਤੋਂ ਵੱਧ ਕੇ ਖੁਸ਼ੀ ਕਦੀ ਨਹੀਂ ਮਿਲ ਸਕਦੀ। ਔਰ ਅੱਜ ਮੇਰਾ ਉਹ ਸੁਪਨਾ ਪੂਰਾ ਹੋਇਆ ਹੈ। ਇਸ ਕਰਕੇ ਸ਼ਾਇਦ ਮੈਂ ਵੀ ਤੁਸੀਂ ਦੇਖ ਵੀ ਸਕਦੇ ਹੋਵੋਗੇ। ਮੈਂ ਕਹਿਣਾ ਬਹੁਤ ਕੁਝ ਚਾਹੁੰਦੀ ਹਾਂ, ਬਹੁਤ ਕੁਝ, ਬਟ ਇਸ ਟਾਈਮ ਤੇ ਸੱਚੀ ਦਿਲ ਸਮਝ ਨਹੀਂ ਆ ਰਹੀ। ਪਰ ਮੈਂ ਇਹੀ ਕਹਾਂਗੀ ਸਾਰਿਆਂ ਨੂੰ ਕਿ ਤੁਸੀਂ ਸਾਰੇ ਜਾਣੇ ਆਪਣਾ ਪਿਆਰ ਦਿਓ, ਸਪੋਰਟ ਦਿਓ ਤਾਂ ਕਿ ਅਸੀਂ ਹੋਰ ਵਧੀਆ ਕੰਮ ਕਰ ਸਕੀਏ। ਥੈਂਕ ਯੂ ਸੋ ਮਚ। ਵੈਲ ਨੋ ਵਰੀਜ਼, ਵੀ ਆਰ ਸ਼ੋਰ ਜਦੋਂ ਪ੍ਰੀਮੀਅਰ ਤੇ ਤੁਸੀਂ ਫਿਲਮ ਤੇ ਆਡੀਅנס ਦਾ ਪਿਆਰ ਦੇਖੋਗੇ ਤਾਂ ਬਾਕੀ ਤੁਹਾਡੀ ਦਿਲ ਦੀ ਧੜਕਣਾਂ ਬਾਰ-ਬਾਰ ਰੁਕਣ ਦਾ ਨਾਮ ਲੈਣਗੀਆਂ ਲੇਕਿਨ ਖੁਸ਼ੀ ਦੇ ਨਾਲ ਉਹ ਹੋਰ ਤੇਜ਼ ਹੋ ਜਾਣਗੀਆਂ। ਸੋ ਮੂਵਿੰਗ ਫਾਰਵਰਡ ਫॉर द डायरेक्टर ऑफ द फिल्म नवनीत सिंह, ਸ਼ਰੀਕ 2 ਇੱਕ ਇਸ ਤਰ੍ਹਾਂ ਦੀ ਕਹਾਣੀ ਹੈ ਜੋ ਇੱਕ ਲੈਗੇਸੀ ਬਣ ਜਾਂਦੀ ਕਿਸੇ ਫਿਲਮ ਦੀ ਜਦੋਂ ਉਸ ਨੂੰ ਆਲਰੇਡੀ ਅਸੀਂ ਸਕਰੀਨ ਤੇ ਵੇਖ ਸਕੀਏ। ਤੇ ਇੱਕ ਰਿਊਮਰ ਹੁੰਦਾ ਮੋਸਟਲੀ ਵੈਸੇ ਤਾਂ ਬਾਲੀਵੁੱਡ ਫਿਲਮਾਂ ਦੇ ਵਿੱਚ ਹੁੰਦਾ ਹੈ ਕਿ ਅਗਰ ਪਾਰਟ 1 ਅੱਛਾ ਹੋਵੇ ਨਾ ਤਾਂ ਲੋਕਾਂ ਨੂੰ ਲੱਗਦਾ ਪਾਰਟ 2 ਅੱਛਾ ਨਹੀਂ ਹੋਏਗਾ। ਬਹੁਤ ਘੱਟ ਫਿਲਮਾਂ ਦੇ ਪਾਰਟ 2 ਜਿਹੜੇ ਨੇ ਉਹ ਅੱਛੇ ਹੁੰਦੇ ਨੇ ਲੇਕਿਨ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੋਸਟਲੀ ਇਹ ਚੀਜ਼ਾਂ ਸਕਸੈਸਫੁਲ ਵੇਖੀਆਂ ਗਈਆਂ। ਸੋ ਵਾਟ ਅਬਾਊਟ ਯੂਰ ਦਿਸ ਫਿਲਮ ਸ਼ਰੀਕ 2? ਸੀ ਸ਼ਰੀਕ 1 ਸ਼ਰੀਕ 2 ਦੀ ਜੇ ਆਪਾਂ ਗੱਲ ਕਰੀਏ ਜਿੱਥੇ ਅਸੀਂ ਸ਼ਰੀਕ 1 ਛੱਡੀ ਸੀਗੀ, ਸੋ ਦਿਸ ਇਜ਼ ਨਾਟ ਕੰਟੀਨਿਊਏਸ਼ਨ ਆਫ ਦੈਟ ਸਕ੍ਰਿਪਟ ਐਟ ਆਲ ਟੂਗੇਦਰ ਇੱਕ ਨਵੀਂ ਕਹਾਣੀ ਹੈ। ਬਟ ਇਮੋਸ਼ਨ ਫਿਲਮ ਦਾ ਉਹੀ ਹੈ, ਇੱਕ ਡਿਸਫੰਕਸ਼ਨਲ ਫੈਮਿਲੀ ਦੀ ਕਹਾਣੀ ਹੈ, 2 ਭਰਾਵਾਂ ਦੀ ਕਹਾਣੀ ਹੈ ਤੇ ਉਹਨਾਂ ਦੇ ਆਪਸੀ ਰਿਲੇਸ਼ਨਸ਼ਿਪ ਕਿੱਦਾਂ ਗਰੋ ਕਰਦੇ ਐਂਡ पूरी फैमिली फिल्म है एंड विद अ वेरी डीप मैसेज समवेयर विद इन द फिल्म एंड बहुत रिलेशनशिप बारे फिल्म बहुत कुछ कह रही है एंड वेरी गुड परफॉर्मेंसेस है ना क्योंकि जिमी सर, देव भाई, ऑल गुड एक्टर्स इन द फिल्म। शरण has done a very good job in the film and backed by like biggest production house in the northern region je aapa kahiye hai na, Thin Saab, Ori Saab, of course White Hill has always been made bigger films. So I was lucky enough है ना कि production backing was so good, actors ਇੰਨੇ ਵਧੀਆ ਸੀਗੇ and we to me ਮੈਨੂੰ ਇਹਦਾ ਲੱਗਦਾ ਹੈ ਕਿ ਬਹੁਤ ਵਧੀਆ content ਸੀਗਾ ਮੇਰੇ ਕੋਲ ਕਹਿਣ ਲਈ, narrate ਕਰਨ ਲਈ। So I'm looking forward ਕਿ ਮਤਲਬ ਹਰ ਮੇਕਰ ਨੂੰ ਤਾਂ ਆਹੀ ਲੱਗਦਾ ਹੈ ਕਿ narrate ਵਧੀਆ ਹੋਇਆ ਹੈ। So ਮੈਨੂੰ ਇਹਦਾ ਲੱਗਦਾ ਹੈ ਕਿ ਸਹੀ ਤਰੀਕੇ ਨਾਲ ਕਹਾਣੀ ਕਹੀ ਗਈ ਹੈ। So looking forward for the 8th of the next month and let's hope for the best. That's great. We are sure कि ट्रेलर में अच्छा रिस्पांस मिला है तो फिल्म ਨੂੰ ਵੀ ਲੋਕੀ ਬਹੁਤ ਪਿਆਰ ਕਰਨਗੇ। So I would like to request the producers of the film to please share a few words about this project. First of all, thank you so much Ori ji, ਤੁਸੀਂ ਵਾਈਟ ਹਿਲ ਕੋਲ ਪ੍ਰੋਜੈਕਟ ਲੈ ਕੇ ਆਏ ਔਰ ਸਾਨੂੰ ਇਹਦਾ ਹਿੱਸਾ ਬਣਾਇਆ। ਇੱਕ ਤੁਹਾਡਾ ਸਵਾਲ ਸੀ ਕਿ ਜਿਹੜੀਆਂ ਸੀਕੁਅਲਸ ਹੁੰਦੀਆਂ ਨੇ ਉਹ ਸ਼ਾਇਦ ਬਾਲੀਵੁੱਡ 'ਚ ਚੰਗੀਆਂ ਨਹੀਂ ਹੁੰਦੀਆਂ ਜਾਂ ਪੰਜਾਬੀ ਚੰਗੀਆਂ ਹੁੰਦੀਆਂ ਨੇ। ਮੈਂ ਸੀਕੁਅਲਸ ਬਣਾਈਆਂ ਨੇ, ਜੱਟ ਐਂਡ ਜੁੜੇਲ 1 ਸਰਦਾਰ ਜੀ। ਉਹਦਾ ਕੀ ਹੁੰਦੀ ਪ੍ਰੋਬਲਮ ਕੀ ਹੁੰਦੀ ਹੈ ਕਿ ਫਸਟ ਫਿਲਮ ਹਿੱਟ ਜਦੋਂ ਹੁੰਦੀ ਆ
ਆਡੀਅנס ਦੀਆਂ ਐਕਸਪੈਕਟੇਸ਼ਨਸ ਬਹੁਤ ਉੱਪਰ ਹੋ ਜਾਂਦੀਆਂ ਨੇ। ਉਹਦੇ ਕਰਕੇ ਆਡੀਅנס ਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਉਹ ਨਹੀਂ ਅੱਛੀ ਕੀਤੀ ਜਿਹੜੀ ਵਨ ਨੇ ਕੀਤੀ ਸੀ। ਸ਼ਰੀਕ ਇੱਦਾਂ ਦੀ ਫਿਲਮ ਆ, ਜੇ ਉਹਦੇ ਸਟਾਰ ਕਾਸਟ ਦੇਖੀਏ ਤਾਂ ਸਟਾਰ ਕਾਸਟ ਜਿਹੜੀਆਂ ਆਡੀਅנס ਦੀ ਐਕਸਪੈਕਟੇਸ਼ਨ ਨੂੰ ਮੀਟ ਕਰਨ ਲਈ ਜਿਹੜਾ ਪੰਜਾਬ ਦਾ ਹੀਰੋ ਹੈ, ਜਿਹੜਾ ਆਡੀਅנס ਨੂੰ ਹਿੱਟ ਤੇ ਹਿੱਟ ਫਿਲਮਾਂ ਦੇ ਰਿਹਾ, ਉਹ ਦੇਵ ਕਰੋੜ, ਅਸੀਂ ਉਹਨੂੰ ਲੈ ਕੇ ਆਏ। ਅਗਰ ਆਡੀਅנס ਦੀ ਐਕਸਪੈਕਟੇਸ਼ਨ ਇੱਥੇ ਸੀਗੀ ਤੇ ਅਸੀਂ ਉਹਨੂੰ ਮੀਟ ਇੱਥੇ ਕਰਾਂਗੇ। ਦੈਟਸ ਵਾਈ ਸ਼ਰੀਕ ਇਜ਼ ਬੈਸਟ ਫਿਲਮ, ਵੈਰੀ ਕਲੋਜ਼ ਟੂ ਮੀ, ਔਰ ਇਹ ਬੜੀ ਵਧੀਆ ਹੈ। ਤੇ ਸਵੀਕਲ ਵੀ ਇਹਦਾ ਫਸਟ ਤੋਂ ਵਧੀਆ, ਆਫ ਕੋਰਸ ਫਸਟ ਬਹੁਤ ਵਧੀਆ ਸੀ, ਉਹ ਵੀ ਬਹੁਤ ਵਧੀਆ ਸੀ। Well, exactly, you said that right thing कि पंजाब ਦੇ ਜਿਹੜੇ top heroes ਦੇ ਵਿੱਚ ਉਹਨਾਂ ਦੇਵ ਕਰੋੜ, because last time I googled his name and he was among the top 3 actors of the Punjabi industry on Google. So congratulations for that. ਮੈਨੂੰ ਨਹੀਂ ਸੀ ਪਤਾ, ਤੁਸੀਂ ਦੱਸਿਆ, ਮੈਂ ਵੀ ਗੂਗਲ ਕਰੂੰਗਾ, ਸਕਰੀਨਸ਼ਾਟ ਮਾਰ ਕੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਦੇਖੋ ਅਸੀਂ ਡਿਸਟ੍ਰੀਬਿਊਟਰ ਵੀ ਹਾਂ, ਬਾਕਸ ਆਫਿਸ ਅਸੀਂ ਦੇਖਦੇ ਹਾਂ ਓਵਰਸੀਜ਼ ਤੋਂ ਲੈ ਕੇ ਇੱਕ ਛੋਟੇ ਟਾਊਨ ਤੱਕ ਦੀ। ਪਰ ਜਿਹੜੇ ਲੋਕ, ਜਿਹੜੇ ਨੌਜਵਾਨ ਯੰਗ ਜਿਹੜੇ ਹੈਗੇ ਆ, ਉਹ ਦੇਵ ਜੀ ਨੂੰ ਪਿਆਰ ਕਰਦੇ ਆ, ਉਹ ਬਹੁਤ ਕਰਦੇ ਆ। ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਸ਼ੋਅ ਤੁਹਾਡੇ ਜਿਹੜੇ ਫਸਟ ਨਾ ਉਹ ਫੁੱਲ ਹੋ ਜਾਂਦੇ ਨੇ। ਔਰ ਮੰਡੀਆਂ ਦੀ ਤਾਂ ਕਿਆ ਕਮਾਲ ਹੈ ਕਿ ਲੋਕ ਪਹਿਲਾਂ ਹੀ ਫੁੱਲ ਕਰ ਦਿੰਦੇ ਨੇ, ਜਾ ਕੇ ਭੰਗੜੇ ਪਾਉਂਦੇ ਨੇ। ਔਰ ਆਫ ਕੋਰਸ ਮੈਟਰੋ ਸਿਟੀ ਦੇ ਵਿੱਚ ਵੀ ਚੱਲਦਾ ਹੈ। ਔਰ ਦੇਵ ਇਜ਼ ਅ ਬ੍ਰਿਲੀਅੰਟ ਐਕਟਰ, ਜਿੰਮੀ ਜੀ ਸਾਡੇ ਵਿੱਚ ਨਹੀਂ ਹੈ, ਪਰ ਇੱਥੇ ਉਹ ਸ਼ੂਟ ਕਰ ਰਹੇ ਨੇ ਯੂਕੇ ਦੇ ਵਿੱਚ। ਦੈਟ ਵਾਸ ਅ ਬਿਜ਼ੀ, ਸਾਡੀ ਫਿਲਮ ਜਿਹੜੀ ਪੋਸਟਪੋਨ ਹੋਣ ਕਰਕੇ ਉਹਨਾਂ ਦਾ ਸਕੈਜੂਲ ਸੀ, ਇੱਕ ਹੀ ਹੈਜ਼ ਟੂ ਗੋ। ਪਰ ਸਾਡੇ ਕੋਲ ਇੱਕ ਬਹੁਤ ਵਧੀਆ ਬ੍ਰਿਲੀਅੰਟ ਐਕਟਰ ਮਿਲੇ ਨੇ। ਅਗਰ ਮੈਂ ਸ਼ਰਨ ਦੀ ਗੱਲ ਕਰਾਂ, ਤੁਸੀਂ ਗੱਲ ਕਰ ਰਹੇ ਸੀ ਕਿ ਸ਼ਰਨ ਨੂੰ, ਸ਼ਰਨ ਜੀ ਤੁਸੀਂ ਫਿਲਮ ਦਾ ਕਿੱਦਾਂ ਹਿੱਸਾ ਬਣੇ? ਦੇਖੋ ਅਸੀਂ ਫਿਲਮਾਂ ਦੇ ਵਿੱਚ ਮੈਂ ਐਜ਼ ਅ ਪ੍ਰੋਡਿਊਸਰ ਸੋਨੂ ਨੂੰ ਲੈ ਕੇ ਆਇਆ, ਸੋਨੂ ਨੂੰ ਅਸੀਂ ਲਾਂਚ ਵੀ ਕੀਤਾ ਹੈ। ਇਟਸ ਅ ਡੈਬਿਊ ਫਿਲਮ ਸ਼ਾਇਦ ਇਹਨਾਂ ਨੇ ਕੀਤੀ ਹੈ, ਪਰ ਇਹਨਾਂ ਦੀ ਫਿਲਮ, ਇਹਨਾਂ ਦੀ ਕੈਰੀਅਰ ਦੀ ਫਿਲਮ, ਸਭ ਤੋਂ ਵੱਡੀ ਫਿਲਮ ਆ। ਉਹ ਇਦਾਂ ਦੀ ਫਿਲਮ ਦੇ ਵਿੱਚ ਲੈ ਗਿਆ। ਅਸੀਂ ਪ੍ਰੋਪਰ ਆਡੀਸ਼ਨਸ ਹੋਏ, ਆਡੀਸ਼ਨਸ ਦੇ ਵਿੱਚ ਇੱਕ ਨਹੀਂ ਬਹੁਤ ਨੋਨਸ ਦੇ ਵੀ ਹੋਏ, ਅਸੀਂ ਅਪਰੋਚ ਕੀਤਾ। ਔਰੀ ਜੀ ਵੀ ਨਾਲ ਸੀ, ਨਵਨੀਤ ਜੀ ਆਫ ਕੋਰਸ, ਸਾਰਿਆਂ ਦੇ ਆਡੀਸ਼ਨ ਹੁੰਦੇ ਸੀ। ਔਰ ਇਹ ਇਦਾਂ ਦੀ ਮੈਂ ਗੱਲ ਕਰਾਂਗਾ ਸ਼ਰਨ ਜੀ ਨੇ ਇੱਕ ਪਾਵਰਫੁਲ, ਇੰਪੈਕਟਫੁਲ ਸਾਨੂੰ ਇੱਕ ਆਡੀਸ਼ਨ ਭੇਜਿਆ, ਜਿਸ ਨੂੰ ਲੱਗਾ ਕਿ ਨਹੀਂ ਇਹਦੇ ਲਈ ਸ਼ਰਨ ਹੀ ਸੁਟੇਬਲ ਆ। ਔਰ ਸ਼ਰਨ ਨੇ ਕੰਮ ਵੀ ਬਹੁਤ ਵਧੀਆ ਕੀਤਾ, ਬੇਕਮਾਲ ਕੰਮ ਕੀਤਾ। ਲੱਗਦਾ ਨਹੀਂ ਹੈ ਕਿ ਉਹ ਇੱਕ ਨਵੀਂ ਕੁੜੀ ਆ। ਔਰ ਜਿਮੀ ਜੀ, ਦੇਵ ਜੀ, ਦੇ ਹੈਵ ਬੀਨ ਵਰਕਿੰਗ ਫॉर ਇੰਡਸਟਰੀ ਫॉर ਲੌਂਗ ਟਾਈਮ, ਕਿ ਉਹਨਾਂ ਦੇ ਨਾਲ ਕਰ ਪਾਏਗੀ। ਔਰ ਮੈਨੂੰ ਆਪ ਨੂੰ, ਮੈਂ ਪਹਿਲੇ ਦਿਨ ਉੱਥੇ ਸੀ ਸੈੱਟ ਤੋਂ, ਪਰ ਮੈਨੂੰ ਲੱਗਦਾ ਸੀ ਯਾਰ ਸ਼ਾਇਦ ਕੁੜੀ ਇਹ ਨਰਵਸ ਨਾ ਹੋ ਜਾਏ, ਪਰ ਨਰਵਸ ਨਹੀਂ ਹੋਈ। ਇਹਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਔਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਬਾਕੀ ਨਵਨੀਤ ਜੀ, ਫਿਲਮਾਂ ਦੇਖੋ ਇਹਨਾਂ ਦੀ ਹਿੱਟ ਰਹੀਆਂ ਨੇ। ਮੈਂ ਤਾਂ ਉਦੋਂ ਨਵਨੀਤ ਜੀ ਨੂੰ ਜਾਣਦਾ ਜਦੋਂ ਅਸਿਸਟੈਂਟ ਡਾਇਰੈਕਟਰ ਸੀ ਮਾਂਜੀ ਦੇ। ਮੈਂ ਵੀ ਉਸ ਦਿਨਾਂ ਦੇ ਵਿੱਚ ਮਾਂਜੀ ਦੇ ਨਾਲ ਹੀ ਸੀ। ਮੈਂ ਤਾਂ ਇਹਨਾਂ ਤੋਂ ਵੀ ਬਹੁਤ ਥੱਲੇ ਸੀ, ਮੈਂ ਤੈਨੂੰ ਦੇਖਦਾ ਹੁੰਦਾ ਸੀ ਵੀ ਕਰ ਕੀ ਰਹੇ ਆ। ਤੇ ਉਸ ਦਿਨ ਤੋਂ ਜਾਣਦਾ, ਹੀ ਇਜ਼ ਅ ਬ੍ਰਿਲੀਅੰਟ ਡਾਇਰੈਕਟਰ ਐਂਡ ਅ ਬ੍ਰਿਲੀਅੰਟ ਸਟੋਰੀ ਟੈਲਰ ਐਂਡ ਹੀ ਹੈਜ਼ ਡਨ ਅ ਕਮੈਂਡੇਬਲ ਜੌਬ। ਬਾਕੀ ਰਾਈਟਰ ਸਾਹਿਬ ਸਾਡੇ ਨਾਲ ਹੀ ਬੈਠੇ ਨੇ, ਜਿਨ੍ਹਾਂ ਨੇ ਦੇਵ ਜੀ ਨਾਲ ਕੰਮ ਕੀਤਾ। ਅੱਗੇ ਮੈਂ ਫਿਊਚਰ ਦੇ ਵਿੱਚ ਵਾਈਟਲ ਕੰਮ ਉਹਨਾਂ ਨਾਲ ਕਰ ਰਹੀ ਆ। ਇਹਨਾਂ ਨੇ ਹਿੱਟ ਫਿਲਮਾਂ ਦਿੱਤੀਆਂ ਨੇ। ਇਹਨਾਂ ਨੂੰ ਪਤਾ ਹੈ ਕਿ ਪੰਜਾਬ ਦੀ ਆਡੀਅנס, ਪੰਜਾਬ ਦਾ ਰੂਲਰ, ਪੰਜਾਬ ਦਾ ਮੈਟਰੋ ਕੀ ਚਾਹੁੰਦਾ ਹੈ, ਤੇ ਉਹੀ ਡਿਲੀਵਰ ਕਰਦੇ ਨੇ। ਔਰੀ ਜੀ ਸ਼ਰੀਕ ਲੈ ਕੇ ਆਏ ਸਾਡੇ ਲਈ, ਔਰ ਇਹਨਾਂ ਨੇ ਕਾਫੀ ਵੱਡੀਆਂ ਫਿਲਮਾਂ ਦਿੱਤੀਆਂ ਨੇ। ਮੇਰੇ ਨਾਲੋਂ, ਸਾਡੇ ਵਾਈਟਲ ਨਾਲੋਂ ਪਹਿਲਾਂ ਇਹ ਇੰਡਸਟਰੀ ਦੇ ਵਿੱਚ ਨੇ, ਬੜੇ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ। ਤੇ ਔਰੀ ਜੀ, once again thank you so much. Well, everybody is thankful to you, sir, of course, for this project. So ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਇਸ ਫਿਲਮ ਬਾਰੇ? ਪਹਿਲੇ ਤਾਂ ਮੈਂ ਚੱਲ ਰਿਹਾ ਭਾਜੀ, ਰੱਬ ਦਾ ਸ਼ੁਕਰ ਗੁਜ਼ਾਰ ਕਰੂੰਗਾ ਕਿ ਰੱਬ ਨੇ ਮੈਨੂੰ ਸ਼ਰੀਕ ਵਰਗਾ ਸਬਜੈਕਟ ਜਿਮੀ ਸ਼ੇਰਗਿਲ ਦੇ ਰਾਹੀਂ, ਤੀਰਰ ਰਤਨ ਔਰ ਨਵਨੀਤ, ਜਿਹੜਾ ਸ਼ਰੀਕ ਅੱਜ ਸ਼ਰੀਕ 2 ਦੀ ਤਾਰੀਫ ਕਰ ਰਹੇ, ਉਹ ਕਿਤੇ ਨਾ ਕਿਤੇ ਜਿਹਦਾ ਉਹਦਾ ਜਨਮ ਹੋਇਆ ਉਹ ਜਿਮੀ ਸ਼ੇਰਗਿਲ, ਨਵਨੀਤ ਔਰ ਤੀਰਰ ਰਤਨ ਦੇ ਰਾਹੀਂ ਸ਼ਰੀਕ 1 ਦੇ ਵਿੱਚ ਹੋਇਆ। ਔਰ ਜਦੋਂ ਉਹ ਪਹਿਲੇ ਕਹਾਣੀ ਲੈ ਕੇ ਆਏ, ਮੈਨੂੰ ਇੰਨੀ ਚੰਗੀ ਲੱਗੀ ਕਿ ਪੰਜਾਬ ਦੀ ਕਹਾਣੀ ਹੈ। ਔਰ ਹਰ ਘਰ ਦੀ ਇੱਕ ਆਮ ਜਿਹੜੀ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ ਉਹ ਜੋ ਸ਼ਰੀਕੇਬਾਜ਼ੀ ਹੁੰਦੀ ਹੈ, ਉਹ ਉਸ ਟੈਕਸਚਰ ਦੀ ਕਹਾਣੀ ਹੈ। ਉੱਥੋਂ ਜਨਮ ਹੁੰਦੇ ਹੁੰਦੇ ਸ਼ਰੀਕ 1 ਬਣੀ, ਉਹਦਾ ਸਫ਼ਰ, ਉਹਦੀ ਲੋਕਾਂ ਨੂੰ ਕਾਫੀ ਪ੍ਰੇਜ਼ ਹੋਈ। ਫਿਰ ਸ਼ਰੀਕ 2 ਦਾ ਅਸੀਂ ਕਹਾਣੀ ਦਾ ਚੈਨ ਕਰਨਾ ਸ਼ੁਰੂ ਕੀਤਾ, ਬਹੁਤ ਸਾਰੇ ਰਾਈਟਰਾਂ ਨੂੰ ਅਪਰੋਚ ਕੀਤਾ। ਫਿਰ ਇੰਦਰ, ਇਹਨੇ ਸਾਡੇ ਨਾਲ ਪਹਿਲੇ ਇੱਕ ਬਲੈਕੀਆ ਫਿਲਮ ਕੀਤੀ ਸੀਗੀ, ਤੇ ਇਹਨੂੰ ਵੀ ਇੱਕ ਚੈਲੰਜ ਦਿੱਤਾ। ਅਸੀਂ ਹੋਰ ਵੀ ਰਾਈਟਰਸ ਨੂੰ ਕੰਟੈਂਟ ਲਿਖਣ ਲਈ ਦਿੱਤਾ। ਇਹ ਨਹੀਂ ਹੈ ਕਿ ਅਸੀਂ ਕੋਈ ਵੀ ਕਹਾਣੀ ਮਿਲੀ ਤੇ ਸ਼ਰੀਕ ਬਣਾ ਲਈ। ਸਾਨੂੰ ਲੱਗਿਆ ਕਿ ਸ਼ਰੀਕ ਪਹਿਲੇ ਨਾਲੋਂ ਉੱਤੇ ਹੀ ਹੋਣੀ ਚਾਹੀਦੀ ਕੋਈ ਗੱਲ, ਔਰ ਗੱਲ ਵੀ ਸ਼ਰੀਕੇਬਾਜ਼ੀ ਦੀ ਹੋਵੇ। ਤੇ ਦੇਵ ਦੀ ਕੰਟਰੀਬਿਊਸ਼ਨ ਕਹਾਣੀ ਦੇ ਵਿੱਚ ਬਹੁਤ ਸੀਗੀ, ਇੰਦਰ ਦੀ ਕੰਟਰੀਬਿਊਸ਼ਨ ਬਹੁਤ ਸੀਗੀ। ਔਰ ਜੇ ਕਹਾਣੀ ਜਿੱਥੇ ਫਾਈਨਲ ਹੋਈ, ਇੱਕ ਛੋਟਾ ਜਿਹਾ ਢਾਬਾ ਜਿਹਾ ਹੀ ਹੋਣਾ ਜਿੱਥੇ ਇਹਨੇ ਆਈਡੀਆ ਹੀ ਸੁਣਾਇਆ ਮੈਨੂੰ, तो उदो ही मैं फोन ला के नवनीत ਨੂੰ ਕਹਾਣੀ ਫੋਨ ਤੇ ਸੁਣਾਈ। ਸਾਡਾ 10 ਮਿੰਟਾਂ ਦੇ ਵਿੱਚ ਕਹਾਣੀ ਲੌਕ ਹੋ ਗਈ, ਨਹੀਂ ਤਾਂ ਅਸੀਂ 6-8 ਮਹੀਨੇ ਤੋਂ ਕਹਾਣੀ ਲੱਭ ਰਹੇ ਸੀ, ਸਾਨੂੰ ਕਹਾਣੀ ਨਹੀਂ ਮਿਲ ਰਹੀ ਸੀ। ਫਿਰ ਉਹ ਕਹਾਣੀ ਮਹਿੰਗੀ ਕਹਾਣੀ ਸੀ, ਫਿਰ ਸੀਗਾ ਕਿ ਪੈਸਾ ਬਹੁਤ ਲੱਗਣਾ ਹੈ, ਇਸ ਮਹਿੰਗੀ ਕਹਾਣੀ ਚੂਜ਼ ਤਾਂ ਕਰ ਲਿਆ। ਤੇ ਉਹ ਕਹਾਣੀ ਨੂੰ ਫਿਰ ਸਫ਼ਰ ਸ਼ੁਰੂ ਕਰਤਾ ਕਿ ਇਹ ਮਹਿੰਗੀ ਕਹਾਣੀ ਲਈ ਪੈਸਾ ਵੀ ਚਾਹੀਦਾ। ਫਿਰ ਨਾਲ ਮੇਰੇ ਸਨੀ ਜੀ ਜੁੜੇ,
थिंक साहब जुड़े, फिर वो सफ़र अगे चलते चलते अज ये ट्रेलर तक पहुंचा। और फिर कलाकार भी उदा देव जुड़िया, जिमी का नाम भी लेना मैं बहुत थैंक्स कहूँगा कि जे शरीक अज इत्थे तक पहुंची। जिमी का भी बहुत बड़ा योगदान है, देव खरोड़ का भी बहुत बड़ा योगदान है, और शरण का भी हैगा। और शरण ने भी जिदा वो मेरी तारीफ करी जाती है, वो सब तो पहले तो रब का ही करना चाहिए कि वो उन्हें काबिल उन्हें बनाया कि वो शरीक दे विच पार्टिसिपेट होगी। मैं तो एक हाथ फड़ाया और उन्हें शरीक दे विच एंटर कराता, वो डिजर्व करती सी। असी ये नहीं है कि वो 4-5 कुड़ियां दे ऑडिशन कीते और ਉਹਦੇ ਵਿੱਚ ਇਹ परफॉर्मर वाइज जिद्दां ਦਾ कैरेक्टर ਸਾਨੂੰ ਚਾਹੀਦਾ ਸੀ, ਉਹ परफॉर्म ਕੀਤਾ ਹੈ और ਵਧੀਆ ਨਿਭਾਇਆ। ਸਾਰੀ ਟੀਮ ਦੀ ਹੈ ਇਹ ਮਿਹਨਤ, और ਕੱਲਾ ਇੱਕ ਆਪਾਂ ਮੈਂ ਆਪਣਾ ਕਹਾਂ ਜਾਂ ਡਾਇਰੈਕਟਰ ਕਵੇ ਤੇ ਡਾਇਰੈਕਟਰ ਕਵੇ ਤੇ ਸਾਰੀ ਟੀਮ ਦੀ ਹੈ, ਚਾਹੇ ਪ੍ਰੋਡਕਸ਼ਨ ਦੇ ਛੋਟੇ ਜਿਨ੍ਹਾਂ ਨੇ ਪ੍ਰੋਡਕਸ਼ਨ ਕਰਾਈ ਹੈ, ਵਿਕਰਮ ਹੈ, ਚਾਹੇ ਚੰਨਾ ਹੈ, ਚਾਹੇ ਉਹ ਜਿੰਨੀ ਵੀ ਟੀਮ ਸੀਗੀ, ਸਾਰੀ ਟੀਮ ਦੀ ਹੈ, ਚਾਹੇ ਉਹ ਕੈਮਰਾਮੈਨ ਹਰਮੀਤ ਜੀ ਹੈ, ਨਵਨੀਤ ਜੀ ਦੇ ਫਾਦਰ, ਸਭ ਦਾ ਵੱਡਾ ਯੋਗਦਾਨ ਹੈ। ਕਿਉਂਕਿ ਜੇ ਫਿਲਮ ਪਰਦੇ ਤੇ ਤੁਹਾਨੂੰ ਕੈਮਰੇ 'ਚ ਵਧੀਆ ਲੱਗ ਰਹੀ ਹੈ ਤਾਂ ਉਹ ਕਿਤੇ ਨਾ ਕਿਤੇ ਡੀਓਪੀ ਦਾ ਵੀ ਹੈਗਾ, ਹਰ ਬੰਦੇ ਦਾ ਛੋਟਾ ਛੋਟਾ ਰੋਲ ਹੈ, ਬੈਕਗ੍ਰਾਉਂਡ ਸਕੋਰ ਵਾਲੇ ਦਾ ਰੋਲ ਹੈ। ਤੇ ਇਸ ਕਰਕੇ ਅੱਜ ਇਹ ਟ੍ਰੇਲਰ ਤੁਹਾਨੂੰ ਚੰਗਾ ਲੱਗ ਰਿਹਾ। ਮੈਂ ਇੰਦਰ ਨੂੰ ਕਹੂੰਗਾ ਕਿ ਕੁਝ ਦੋ ਸ਼ਬਦ ਬੋਲੇ। ਇੰਦਰ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਹੋਪ ਤੁਹਾਨੂੰ ਟ੍ਰੇਲਰ ਚੰਗਾ ਲੱਗਿਆ ਹੋਣਾ। ਤੇ ਮੈਂ ਜਦੋਂ ਫਿਲਮ ਦੀ ਗੱਲ ਚੱਲੀ ਸੀ, ਸਾਡੀ ਮੇਰੀ ਹੋਰੀ ਸਾਹਿਬ ਨਾਲ ਪਹਿਲੀ ਵਾਰ ਗੱਲ ਹੋਈ ਸੀ, ਬਲੈਕ ਕਿਆ ਫਿਲਮ ਦੇ ਸੈੱਟ ਤੇ ਹੋਈ ਸੀ। ਸੋ ਫਰੋਮ ਦਾ ਵੈਰੀ ਫਰਸਟ ਡੇ ਮੇਰੇ ਮਨ 'ਚ ਇੱਕ ਡਰ ਸੀਗਾ, ਜਾਂ ਕਹਿ ਲਈ ਇੱਕ ਚੈਲੰਜ ਸੀ ਮੇਰੇ ਲਈ ਕਿ ਇੱਕ ਬਹੁਤ ਵਧੀਆ ਫਿਲਮ ਜਿਹੜੀ ਕਿ ਮਤਲਬ ਕਿ ਕਲਟ ਫਿਲਮਾਂ ਦੇ ਵਿੱਚੋਂ ਦੀ ਮੈਂ ਕਹੂੰਗਾ ਇੱਕ ਹੈ ਪੰਜਾਬੀ ਦੀ, ਤੇ ਜਿਹਦਾ ਅਗਲਾ ਤੁਸੀਂ ਪਾਰਟ ਲਿਖਣਾ ਸੀ। ਬਟ ਬਾਈ ਦਾ ਗ੍ਰੇਸ ਆਫ ਗॉड ਪਹਿਲਾਂ ਤੋਂ ਟੀਮ ਇੰਨੀ ਅੱਛੀ ਹੈ, ਸਾਰੇ ਜੁੜੇ ਹੋਏ ਸੀ ਅਸੀਂ, ਸਾਰਿਆਂ ਦੀ ਸਪੋਰਟ ਰਹੀ, ਚਾਹੇ ਹੋਰੀ ਸਾਹਿਬ ਹੈ, ਚਾਹੇ ਡਾਇਰੈਕਟਰ ਸਾਹਿਬ ਹੈ, ਚਾਹੇ ਵਾਈਟ ਹਿਲ ਤੋਂ ਆਪਣੇ ਪ੍ਰੋਡਿਊਸਰਸ ਹੈ, ਜਾਂ ਦੇਵ ਬਾਈ ਹੋ ਗਏ, ਅਸੀਂ ਸਾਰਿਆਂ ਨੇ ਮਤਲਬ ਕਿ ਇੰਨੀ ਡਿਸਕਸ਼ਨਸ ਹੋਈਆਂ, ਸਾਰਾ ਕੁਝ ਹੋਇਆ। ਸੋ ਫਾਈਨਲੀ ਮੈਨੂੰ ਲੱਗ ਰਿਹਾ ਕਿ ਕੁਛ ਇਹੋ ਜਿਹਾ ਕੰਮ ਸੀ ਥੋੜਾ ਕਰਨ 'ਚ ਕਾਬਿਲ, ਸਕਸੈਸਫੁਲ ਰਹੇ ਹਾਂ ਕਿ ਤੁਹਾਨੂੰ ਪਸੰਦ ਆਏਗਾ। ਭਾਜੀ ਅੱਜ ਦੇ ਇਸ ਇਵੈਂਟ ਤੇ ਸਾਡੇ ਕੁਝ ਜਿਹੜੇ ਕੀ ਪਰਸਨ ਜਿਹੜੇ ਆਣੇ ਸੀਗੇ, ਬਟ ਕਿਸੇ ਕਾਰਨ ਕਰਕੇ ਜਿੱਦਾਂ ਜਿਮੀ ਸ਼ੇਰਗਿੱਲ ਯੂਕੇ ਦੇ ਵਿੱਚ ਕੋਈ ਸ਼ੂਟ ਕਰ ਰਿਹਾ, ਤਾਂ ਉਸ ਕਰਕੇ ਨਹੀਂ, ਕਿਉਂਕਿ ਆਪਾਂ ਡੇਟਸ ਥੋੜੀ ਅੱਗੇ ਕਰਤੀ ਹੈ ਸਿੱਧੂ ਕਰਕੇ, तो शूटिंग करके वो नहीं आ पाए, गुरबीर जी नहीं आ पाए, वो थोड़े से थोड़ा ढिली है। और थिंक साहब भी वो कनाडा बैठे इस करके नहीं आ पाए, जो की परसन ऑफ द प्रोजेक्ट है, तो उन्होंने भी इस फिल्म के विच बहुत बड़ा योगदान है। Okay, so we are open for the media questions now. Any questions?